गुरु हर कृष्ण मनाओ बोरी। तेग बहादुर परम कृपाला, श्री गुरु गोबिंद सिंह विसाला। धरों धरा तर पुन पुन सीसा, बंदों बार बार जगदीसा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदों कर अनुराग। एकंकारा सतगुरु, तेह प्रसाद सच होए। वाहिगुरु जी की फतेह, बिघन विनाशन सोए। वाहिगुरु जी की फतेह, बिघन विनाशन सोए। सतनाम श्री वाहिगुरु साहिब जी। श्री गुर की आयस ले गयो, पुर मह कोठी पावत भयो। मुगल अचानक एक तह आयो, लाख मोहर जिन संग लदायो। श्री गुर की आयस ले गयो। वाहिगुरु जी का खालसा, वाहिगुरु जी की फतेह। सन्मानयोग गुरु प्यारी, गुरु सवारी, गुरु की साजी नवाजी साध संगत जी। दसां पातशाहियां दी पवित्र जोत, धन धन श्री गुरु ग्रंथ साहिब जी दी पवित्र पावन हजूरी अंदर सोढी सुल्तान धन धन श्री गुरु रामदास साहिब जी, तिन्हां दे परम पवित्र अस्थान सचखंड श्री हरमंदर साहिब, श्री दरबार साहिब, श्री अमृतसर साहिब विखे पंचम गुरदेव शहीदां दे सरताज, बाणी के बोहित गरीब नवाज धन धन श्री गुरु अर्जुन देव साहिब जी, तिन्हां दे परम पवित्र अस्थान गुरुद्वारा मंजी साहिब, दीवान हाल श्री अमृतसर साहिब विखे, जो इस वक्त रोजाना की मर्यादा मुताबक गुरुद्वारा मंजी साहिब विखे दीवान अस्थान ते गुर इतिहास की कथा का सुंदर दीवान सतगुरु की पावन हजूरी विच सजदा है। अज भी सजे हुए दीवान अंदर सतगुरु श्री गुरु रामदास साहिब जी दे कीर्तनीय सिंह, गुरु के हजूरी रागी सिंह, अमृत भिन्नी अमृतमयी रसमयी पवित्र अमृत बाणी का कीर्तन सरवण करा रहे सन। हुण गुर इतिहास की कथा का समा है। कल आप जी ने जो प्रसंग सरवण किया है कि तीसरे गुरदेव
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਪਾਸ ਇੱਕ ਭਾਈ ਗੰਗੋ ਜੀ ਗੁਰੂ ਅਮਰਦਾਸ ਜੀ ਦਾ ਆਸਰਾ ਤੱਕ ਕੇ, ਓਟ ਤੱਕ ਕੇ ਗੁਰੂ ਕੇ ਚਰਨਾਂ ਵਿੱਚ ਪਹੁੰਚੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ। ਉਹਨਾਂ ਨੇ ਕੁਝ ਬੇਨਤੀਆਂ ਕੀਤੀਆਂ ਤੇ ਗੁਰੂ ਅਮਰਦਾਸ ਜੀ ਨੇ ਦੇਖ ਕੇ ਕਿਹਾ, ਭਾਈ ਗੰਗੋ, ਕੀ ਤੁਹਾਡਾ ਹਾਲ ਹੈ? ਤੇ ਸੁਣ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਭਾਈ ਗੰਗੋ ਸ਼ਾਹ ਜੀ ਕਹਿਣ ਲੱਗੇ, ਸਤਿਗੁਰੂ ਸੰਕਟ ਵਿੱਚ ਹਾਂ, ਧਨ ਕਰਕੇ ਘਾਟਾ ਪੈ ਗਿਆ, ਤੋਟਾ ਆਇਆ ਹੈ, ਇਸ ਕਰਕੇ ਤੁਹਾਡਾ ਆਸਰਾ ਤੱਕ ਕੇ ਗੁਰਦੇਵ ਤੁਹਾਡੀ ਗੋਦ ਵਿੱਚ ਆਇਆ ਹਾਂ, ਕਿਰਪਾ ਕਰੋ ਅੰਮ੍ਰਿਤ ਭਰੇ ਬਚਨਾਂ ਦੇ ਨਾਲ ਨਿਹਾਲ ਕਰਕੇ ਮੇਰੇ ਧਨ ਪਦਾਰਥ ਵਿੱਚ ਵਾਧਾ ਪਵੇ। ਇਹ ਮਾਲਕ ਤੁਹਾਡੇ ਅੰਮ੍ਰਿਤ ਬਚਨਾਂ ਨਾਲ ਹੀ ਕਿਰਪਾ ਵਰਤਣੀ ਹੈ। ਮੇਰੇ ਗਰੀਬ ਦੀ ਆਪ ਰੱਖਿਆ ਕਰੋ ਤੇ ਸੱਚੇ ਪਾਤਸ਼ਾਹ ਧਨ ਦੇ ਵਾਧੇ ਦਾ ਕੋਈ ਆਪ ਜੀ ਅੰਮ੍ਰਿਤ ਬਚਨ ਆਪਣੀ ਪਵਿੱਤਰ ਰਸਨਾ ਤੋਂ ਕਰੋ। ਤੇ ਗੁਰਦੇਵ ਸਤਿਗੁਰੂ ਪਰਬਤ ਮੇਰਾਨ ਜਾਂ ਤੂੰ ਸੁਗੜ ਸੁਜਾਨ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿਣ ਲੱਗੇ, ਭਾਈ ਸੰਗੋਸ਼ ਜੀ, ਤੁਸੀਂ ਦਿੱਲੀ ਚਲੇ ਜਾਓ, ਉੱਥੇ ਜਾ ਕੇ ਘਰ ਬਣਾਓ, ਕੋਠੀ ਪਾਓ। ਜਦੋਂ ਤੁਸੀਂ ਸੰਗਤ ਦੀ ਸੇਵਾ ਕਰੋਗੇ ਤੇ ਵਾਹਿਗੁਰੂ ਵਿੱਚ ਆਪ ਬਰਕਤ ਵਰਤਾਉਣਗੇ। ਸੰਗਤ ਦੀ ਸੇਵਾ ਦਾ ਉਹ ਸਮਾਂ ਨਹੀਂ ਕਦੀ ਖਿੰਝਾਉਣਾ, ਕਿਉਂਕਿ ਗੁਰੂ ਕੀ ਸੰਗਤ ਦੀ, ਪ੍ਰਭੂ ਭਗਤਾਂ ਦੀ ਸੰਗਤ ਦੀ ਸੇਵਾ ਦਾ ਬਹੁਤ ਵੱਡਾ ਫਲ ਮਿਲਦਾ ਹੈ। ਭਾਈ ਸੰਗੋ ਜੀ ਨੇ ਬਚਨ ਮੰਨ ਕੇ ਦਿੱਲੀ ਚਲੇ ਗਏ, ਉੱਥੇ ਕੋਠੀ ਪਾਈ, ਸੁੰਦਰ ਘਰ ਬਣਾਇਆ। ਇੱਕ ਮੁਗਲ ਆਇਆ ਤੇ ਉਹਦੇ ਆਉਣ ਨਾਲ ਉਹਦੇ ਧਨ ਵਪਾਰ ਵਿੱਚ ਵਾਧਾ ਹੋ ਗਿਆ। ਉਹ ਲੱਖ ਜਾਨੀ ਮੋਹਰਾਂ ਸੀ, ਲੱਖਾਂ ਮੋਹਰਾਂ ਦੀ ਜੋ ਗਿਣਤੀ ਹੈ, ਬਹੁਤ ਵੱਡਾ ਖਜ਼ਾਨਾ ਲੈ ਕੇ ਆਇਆ। ਤੇ ਉਹ ਮੁਗਲ ਜਿਹੜਾ ਪਹੁੰਚਿਆ, ਉਹ ਚਾਹੁੰਦਾ ਸੀ ਇੱਕੋ ਕਾਗਜ਼ ਤੇ ਮੈਨੂੰ ਕੋਈ ਹੁੰਡੀ ਦਵੇ ਲਿਖ ਕੇ, ਅੱਗੇ ਜਾ ਕੇ ਤਾਰ ਕੇ ਮੈਂ ਧਨ ਪ੍ਰਾਪਤ ਕਰਾਂ, ਕਿਉਂਕਿ ਕਾਗਜ਼ ਮੈਂ ਜ਼ਿਆਦੇ ਨਹੀਂ ਬਣਾਉਣੇ। ਤੇ ਜਿਸ ਵੀ ਪਾਸ ਜਾਂਦਾ ਉਹ ਕਹਿੰਦਾ, ਭਾਈ ਇੰਨੇ ਧਨ ਦੇ ਇੰਨੇ ਕਾਗਜ਼ ਬਣਨਗੇ, ਇੱਕ ਕਾਗਜ਼ ਤੇ ਮੈਂ ਤੈਨੂੰ ਲਿਖ ਕੇ ਨਹੀਂ ਦੇ ਸਕਦਾ। ਲੱਭਦਿਆਂ ਲੱਭਦਿਆਂ ਭਾਈ ਗੰਗੋ ਜੀ ਦੇ ਘਰ ਵਿੱਚ ਪਹੁੰਚਾ ਤੇ ਭਾਈ ਗੰਗੋ ਜੀ ਕਹਿਣ ਲੱਗੇ, ਮੈਂ ਤੈਨੂੰ ਇੱਕ ਹੀ ਕਾਗਜ਼ ਤੇ ਲਿਖ ਕੇ ਦੇਵਾਂਗਾ। ਬੜਾ ਮੁਗਲ ਬੜਾ ਖੁਸ਼ ਹੋਇਆ ਵੀ 1 ਲੱਖ ਮੋਹਰ ਦੀ ਮੈਨੂੰ ਹੁੰਡੀ ਜਿੱਥੋਂ ਤਾਰਨੀ ਹੈ ਉੱਥੇ ਭੇਜੋ, ਕਿਉਂਕਿ ਧਨ ਕਰਕੇ ਡਰ ਵੀ ਬੜਾ ਲੱਗਦਾ ਕਿ ਧਨ ਕੋਈ ਖੋਹ ਨਾ ਲਵੇ। ਤੇ ਭਾਈ ਗੰਗੋ ਜੀ ਨੇ ਉਹ ਕਾਗਜ਼ ਤੇ ਹੁੰਡੀ ਲਿਖ ਕੇ ਦੇ ਦਿੱਤੀ ਤੇ ਮੁਗਲ ਲਾਹੌਰ ਪਹੁੰਚ ਗਿਆ। ਭਾਈ ਗੰਗੋ ਜੀ ਨੇ ਆਪਣੇ ਬੰਦੇ ਵੀ ਲਾਹੌਰ ਭੇਜੇ ਸਨ, ਐਡਰੈਸ ਦਿੱਤਾ ਕਿ ਫਲਾਣੇ ਬਾਣੀਏ ਕੋਲ ਜਾ ਕੇ ਤੇ ਤੈਨੂੰ ਤੇਰੀਆਂ ਮੋਹਰਾਂ ਮਿਲ ਜਾਣਗੀਆਂ। ਉਹਨੂੰ ਕਹਿੰਦੇ ਸਨ ਦਰਸ਼ਨੀ ਹੁੰਡੀ। ਤੇ ਭਾਈ ਗੰਗੋ ਸ਼ਾਹ ਨੇ ਹੁੰਡੀ ਲਿਖ ਦਿੱਤੀ ਤੇ ਅੱਗੇ ਜਾ ਕੇ ਮੁਗਲ ਨੇ ਲਾਹੌਰ ਵਿੱਚੋਂ ਉਹ ਮੋਹਰਾਂ ਜਿਹੜੀਆਂ ਸਨ ਹੁੰਡੀ ਤਾਰ ਕੇ ਪ੍ਰਾਪਤ ਕਰ ਲਈਆਂ। ਕੰਮ ਵੱਧ ਗਿਆ, ਭਾਈ ਗੰਗੋ ਸ਼ਾਹ ਜੀ ਦਾ ਲੋਕਾਂ ਵਿੱਚ ਜਸ ਹੋਣ ਲੱਗ ਪਿਆ ਤੇ ਕਾਰੋਬਾਰ ਬਹੁਤ ਵੱਡੀ ਤਰੱਕੀ ਤੇ ਪਹੁੰਚ ਗਿਆ। ਇੱਕ ਦਿਨ ਦੀ ਘਟਨਾ ਹੈ ਕਿ ਸ਼੍ਰੀ ਗੋਇੰਦਵਾਲ ਸਾਹਿਬ ਇੱਕ ਪੰਡਿਤ ਜੀ ਆਏ ਤੇ ਕਹਿਣ ਲੱਗੇ, ਦਾਤਾ ਮੈਂ ਗਰੀਬ ਨੇ ਧੀ ਨੂੰ ਬੂਹੇ ਤੋਂ ਉਠਾਉਣਾ ਤੇ ਕਿਰਪਾ ਕਰੋ ਮੇਰੀ ਕੋਈ ਸਹਾਇਤਾ ਕਰੋ। ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਬਰਕਤ ਵੀ ਵਰਤਾਉਣੀ ਹੈ ਤੇ ਪਰਖ ਵੀ ਕਰਨੀ ਹੈ
ਕਿ ਸਾਡੇ ਤੋਂ ਬਚਨ ਲੈ ਕੇ ਸਿੱਖ ਦਾ ਮਨ ਕਿੱਥੇ ਕੁ ਖਲੋਤਾ ਹੈ। ਭਾਈ ਗੰਗੋ ਸ਼ਾਹ ਦੇ ਨਾਮ ਤੇ ਗੁਰੂ ਅਮਰਦਾਸ ਜੀ ਨੇ ਪੱਤਰ ਲਿਖਿਆ ਵੀ ਜਦੋਂ ਵੀ ਬ੍ਰਾਹਮਣ ਪੰਡਤ ਜੀ ਤੁਹਾਡੇ ਪਾਸ ਆਉਣ, ਇਹਨਾਂ ਨੂੰ 50 ਰੁਪਏ ਦੇਣੇ, ਰਜਤਪਣ ਦੇਣੇ। ਇਹਨਾਂ ਨੇ ਆਪਣੀ ਧੀ ਦਾ ਵਿਆਹ ਦਾ ਕਾਰਜ ਰੱਖਿਆ। ਉਹ ਲਾਹੌਰ ਵੈਗਰੂ ਦਿੱਲੀ ਵਿੱਚ ਜਦੋਂ ਪੰਡਤ ਜੀ ਗਏ ਤੇ ਭਾਈ ਗੰਗੋ ਜੀ ਨੇ ਚਿਹਰੇ ਵੱਲ ਤੱਕਿਆ ਤੇ ਹੈਰਾਨ ਵੀ ਹੋਏ ਤੇ ਨਾ ਕੁਝ ਬੋਲੇ ਤੇ ਨਾ ਧਨ ਦਿੱਤਾ ਤੇ ਨਿਰਾਸ਼ ਹੋ ਕੇ ਉਹ ਪੰਡਤ ਗੋਇੰਦਵਾਲ ਸਾਹਿਬ ਆਇਆ ਕਿ ਸਤਿਗੁਰੂ ਮੈਂ ਤੇ ਨਿਰਾਸ਼ ਮੁੜਿਆ। ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿਣ ਲੱਗੇ ਕੀ ਕੁਝ ਹੋਇਆ? ਕਹਿਣ ਲੱਗੇ ਜੀ ਜਦੋਂ ਮੈਂ ਤੁਹਾਡਾ ਲਿਖਿਆ ਪੱਤਰ ਦਿੱਤਾ ਨਾ ਮੇਰੇ ਨਾਲ ਬੋਲਿਆ ਤੇ ਨਾ ਕੋਈ ਮੈਨੂੰ ਧਨ ਦੇਣ ਦੀ ਹਾਂ ਕੀਤੀ, ਮੈਂ ਤੇ ਨਿਰਾਸ਼ ਮੁੜ ਕੇ ਆਇਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਕਿਹਾ ਵੀ ਪੰਡਤ ਜੀ ਦੀ ਬੇਟੀ ਦੇ ਵਿਆਹ ਦੇ ਕਾਰਜ ਵਾਸਤੇ ਧਨ ਦੇ ਦਿਓ। ਉਹਨਾਂ ਧਨ ਦਿੱਤਾ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਭਾਈ ਗੰਗੋ ਬਚਨਾਂ ਨੂੰ ਭੁੱਲ ਗਿਆ ਹੈ। ਧੰਨ ਗੁਰੂ ਅਮਰਦਾਸ ਜੀ ਦੇ ਬਚਨ ਹੋਣ ਦੀ ਦੇਰ ਸੀ, ਧਨ ਵਿੱਚੋਂ ਘਾਟਾ ਪੈਣਾ ਸ਼ੁਰੂ ਹੋ ਗਿਆ। ਜਿੱਤੋਂ ਪੈਸੇ ਲੈਣੇ ਸਨ ਉਹ ਦਵੇ ਨਾ, ਨਵਾਂ ਕੰਮ ਕੋਈ ਮਿਲੇ ਨਾ। ਤੇ ਗੰਗੋ ਸ਼ਾਹ ਨੇ ਮਨ ਵਿੱਚ ਸੋਚਿਆ ਵੀ ਤੇਰੀ ਕਿਸੇ ਬਾਂਹ ਨਹੀਂ ਫੜਨੀ, ਤੈਨੂੰ ਕਿਤੋਂ ਸਹਾਰਾ ਨਹੀਂ ਮਿਲਣਾ। ਤੂੰ ਭੁੱਲ ਗਿਆ ਸਾਂ, ਧਨ ਦੇ ਲੋਭ ਕਰਕੇ ਗੁਰੂ ਜੀ ਨੂੰ ਭੁੱਲ ਬੈਠਾ ਹੈ। ਤੇ ਜੇ ਫੇਰ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਤੇ ਧੰਨ ਗੁਰੂ ਅਮਰਦਾਸ ਜੀ ਨੇ ਨਿਹਾਲ ਨਿਹਾਲ ਕਰ ਦੇਣਾ। ਤੇ ਭਾਈ ਗੰਗੋ ਜੀ ਚੋਰੀ ਨੱਸੇ ਨੇ ਦਿੱਲੀ ਵਿੱਚੋਂ ਗੋਇੰਦਵਾਲ ਸਾਹਿਬ ਪਹੁੰਚ ਗਏ। ਇੱਥੇ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ। ਹੱਥ ਵਿੱਚ ਝਾੜੂ ਲੈ ਕੇ ਰਾਤ ਦਿਨ ਸੇਵਾ ਵਿੱਚ ਜੁਟ ਗਏ। ਸੁੰਦਰ ਕੱਪੜੇ ਪਾਉਂਦੇ ਨੇ ਪਰ ਗੁਰੂ ਕੀ ਸੇਵਾ ਕਰਦਿਆਂ ਕਦੀ ਨਹੀਂ ਇਹ ਖਿਆਲ ਆਇਆ ਵੀ ਮੇਰੇ ਕੱਪੜੇ ਬੜੇ ਕੀਮਤੀ ਨੇ। ਗੁਰੂ ਕੀ ਸੇਵਾ ਨੂੰ ਕੀਮਤੀ ਜਾਣਦਿਆਂ ਕੱਪੜਿਆਂ ਆਦਿ ਦਾ ਨਾ ਖਿਆਲ ਕਰਕੇ ਲਗਨ ਦੇ ਨਾਲ ਭਾਈ ਗੁਰੂ ਕੀ ਸੇਵਾ ਵਿੱਚ ਜੁਟਾ ਰਿਹਾ। ਇੱਟਾਂ ਵੀ ਚੁੱਕਣੀਆਂ ਤਾਂ ਪਰਵਾਹ ਨਹੀਂ, ਝਾੜੂ ਲਗਾਉਣਾ, ਪਾਣੀ ਰਸਤੇ ਵਿੱਚ ਛਿੜਕਾ ਕਰਨਾ ਜਿੱਥੋਂ ਸੰਗਤਾਂ ਲੰਘਦੀਆਂ। ਤੇ ਗਰੀਬ ਨਵਾਜ ਗੁਰੂ ਅਮਰਦਾਸ ਜੀ ਨੇ ਜੋ ਉਹਨਾਂ ਦਾ ਬਿਰਧ ਸੁਭਾਅ ਹੈ ਆਪਣੇ ਸੇਵਕਾਂ ਦੀ ਰਾਖੀ ਕਰਨੀ, ਕਿਉਂਕਿ ਸੇਵਕ ਭੁੱਲ ਸਕਦਾ ਹੈ। ਤੇ ਗੁਰੂ ਦਾ ਬਿਰਧ ਹੈ ਬਖਸ਼ਣਹਾਰ। ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਜਾਣੀ ਜਾਣ ਨੇ, ਉਹਨਾਂ ਨੇ ਭਾਈ ਗੰਗੋ ਸ਼ਾਹ ਨੂੰ ਇੱਕ ਦਿਨ ਕੋਲ ਬੁਲਾ ਕੇ ਪੁੱਛਿਆ, ਸੁਣਾ ਭਾਈ ਗੰਗੋ ਸ਼ਾਹ ਕੀ ਹਾਲ ਹੈ? ਤੇ ਕਹਿਣ ਲੱਗਾ ਜੀ ਤੁਹਾਡਾ ਹੁਕਮ ਨਹੀਂ ਮੰਨਿਆ ਤੇ ਮੈਨੂੰ ਤੇ ਧਨ ਪਦਾਰਥ ਵਪਾਰ ਵਿੱਚੋਂ ਬਹੁਤ ਵੱਡਾ ਘਾਟਾ ਪਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਤੇਰਾ ਘਾਟਾ ਪੂਰਾ ਹੋਏਗਾ ਪਰ ਗੁਰੂ ਕੀ ਸੇਵਾ ਨਹੀਂ ਛੱਡਣੀ ਤੇ ਗੁਰਸਿੱਖਾਂ ਨੂੰ ਕਦੀ ਨਿਰਾਸ਼ ਨਹੀਂ ਘਰ ਵਿੱਚੋਂ ਮੋੜਨਾ। ਜਿੰਨਾ ਵੀ ਧਨ ਪਦਾਰਥ ਰੱਬ ਦਾ ਦਿੱਤਾ ਹੋਵੇ ਉਹਦੇ ਵਿੱਚੋਂ ਜਿੰਨਾ ਸਰਦਾ ਬਣਦਾ ਹੈ ਕਿਸੇ ਲੋੜਵੰਦ ਦੀ ਇਮਦਾਦ ਕਰਨੀ, ਇਹੀ ਸਭ ਤੋਂ ਵੱਡਾ ਧਰਮ ਹੈ। ਹੱਥ ਜੋੜ ਕੇ ਕਿਹਾ ਜੀ ਅੱਜ ਤੋਂ ਤੁਹਾਡਾ ਬਚਨ ਨਿਭਾਵਾਂਗਾ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਜਾ ਭਾਈ ਤੇਰੇ ਤੇ ਵੀ ਕਿਰਪਾ ਫੇਰ ਦੁਬਾਰਾ ਕਿਰਪਾ ਵਰਤੇਗੀ, ਉਸੇ ਤਰ੍ਹਾਂ ਹੀ ਤੇਰੇ ਤੇ ਗੁਰੂ ਨਾਨਕ ਸਾਹਿਬ ਪ੍ਰਸੰਨ ਹੋਣਗੇ। ਅੱਜ ਭਾਈ ਗੰਗੋ ਸ਼ਾਹ ਜੀ ਦਾ ਅਸੀਂ ਪ੍ਰਸੰਗ ਵਿਚਾਰਨਾ ਹੈ। ਸਾਰੀ ਸੰਗਤ ਮਨ ਬਿਰਤੀ ਆਪਾਂ ਜੁੜੇ ਹਾਂ ਇਕਾਗਰਤਾ ਵਿੱਚ ਤੇ ਇੱਕ ਵਾਰ ਗੁਰੂ ਪਿਆਰ ਵਿੱਚ ਬੈਠਿਆਂ ਸਾਰੀ ਸੰਗਤ ਕਰੋ ਕਿਰਪਾ ਤੇ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰ ਕੀ ਆਇਸ ਲੈ ਗਇਓ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਆਗਿਆ ਕਰਕੇ ਕਹਿਣ ਲੱਗੇ, ਆਇਸ ਦਾ ਮਤਲਬ ਹੁੰਦਾ ਆਗਿਆ। ਆਗਿਆ ਲੈ ਕਰਕੇ ਤੇ ਦਿੱਲੀ ਨੂੰ ਚੱਲ ਪਏ ਨੇ। ਪੁਰ ਮਹਿ ਕੋਠੀ ਪਾਵਤ ਭਇਓ। ਤੇ ਦਿੱਲੀ ਵਿੱਚ ਭਾਈ ਗੰਗੋ ਜੀ ਨੇ ਆਪਣਾ ਘਰ ਸੁੰਦਰ ਬਣਾ ਕੇ
ਤੇ ਉਸ ਵਿੱਚ ਰਹਿਣਾ ਸ਼ੁਰੂ ਕੀਤਾ। ਮੁਗਲ ਅਚਾਨਕ ਇਕ ਤਹਿ ਆਇਓ। ਉਸ ਮਹੱਲੇ ਅੰਦਰ ਇੱਕ ਮੁਗਲ ਅਚਾਨਕ ਹੀ, ਕਿਉਂਕਿ ਆਪਣੇ ਧਨ ਨੂੰ ਬਚਾਉਣ ਵਾਸਤੇ ਕਿ ਰਸਤੇ ਵਿੱਚ ਕੋਈ ਇਸ ਧਨ ਨੂੰ ਚੁਰਾ ਨਾ ਲਵੇ, ਵੀ ਮੈਂ ਹੁੰਡੀ ਦੀ ਫਰਦ ਲੈ ਲਾਂ ਤੇ ਜਿੱਥੇ ਜਾਵਾਂਗਾ ਉੱਥੋਂ ਧਨ ਪਦਾਰਥ ਪ੍ਰਾਪਤ ਕਰ ਲਵਾਂ। ਜਿਵੇਂ ਅੱਜ ਬੈਂਕ ਬੈਲੈਂਸ ਨੇ, ਉਦੋਂ ਹੁੰਡੀ ਤਰਦੀ ਹੁੰਦੀ ਸੀ। ਤੋ ਕਵੀ ਜੀ ਨੇ ਦੱਸਿਆ ਕਿ ਉੱਥੇ ਇੱਕ ਮੁਗਲ, ਅਚਾਨਕ ਹੀ ਇੱਕ ਮੁਗਲ ਆ ਗਿਆ ਜਿਨੇ ਧਨ ਦੀ ਹੁੰਡੀ ਪ੍ਰਾਪਤ ਕਰਨੀ ਸੀ। ਲੱਖ ਮੋਹਰ ਜਿਨ ਸੰਗ ਲਦਾਇਓ। ਉਹਦੇ ਪਾਸ ਖਜ਼ਾਨਾ ਕਿੰਨਾ ਹੈ? ਲੱਖ ਮੋਹਰ ਹੈ। ਲੱਖ ਮੋਹਰ ਉਹਦੇ ਪਾਸ ਹੈ। ਉਸ ਦੀ ਹੁੰਡੀ ਲੈਣੀ ਹੈ, ਪ੍ਰਾਪਤ ਕਰਨੀ ਹੈ, ਤੇ ਲੱਖ ਮੋਹਰ ਲੈ ਕੇ ਤੇ ਉਹ ਮੁਗਲ ਜਿਹੜਾ ਅਚਾਨਕ ਆਇਆ ਜੀ। ਏਕ ਫਰਦ ਹੁੰਡੀ ਕੋ ਚਾਹੇ। ਇੱਕ ਫਰਦ ਮਾਨੋ ਕਾਗਜ਼ ਉਹ ਹੁੰਡੀ ਦਾ ਚਾਹੁੰਦਾ ਸੀ ਵੀ ਇਹ ਸਾਰੀ ਰਕਮ ਜਿਹੜੀ ਹੈ ਨਾ ਜਾਂ ਮਾਇਆ ਲੈਣੀ ਹੈ, ਇੱਕੇ ਹੀ ਫਰਦ ਤੇ ਇੱਕੇ ਹੀ ਕਾਗਜ਼ ਤੇ ਮੈਨੂੰ ਹੁੰਡੀ ਬਣਾ ਕੇ ਦਿੱਤੀ ਜਾਵੇ। ਪੂਜਤ ਫਿਰਤ ਕੋਠੀਆਂ ਨਮਾਹੇ। ਤੇ ਉਹ ਪੁੱਜਦਾ ਹੋਇਆ ਕੋਠੀਆਂ ਵਿੱਚ ਪੁੱਛਦਾ ਫਿਰਦਾ। ਬੂਝਤ ਦਾ ਮਤਲਬ ਹੈ ਪੁੱਛਦਾ ਫਿਰਦਾ ਹੈ। ਵੱਖ ਵੱਖ ਕੋਠੀਆਂ ਘਰਾਂ ਵਿੱਚ ਜਾ ਕੇ ਜਿਹੜੇ ਲੋਕ ਇਸ ਤਰ੍ਹਾਂ ਦਾ ਵਪਾਰ ਕਰਦੇ ਨੇ। ਸੁਨ ਹੁੰਡੀ ਇੱਕ ਕਰੈ ਨਾ ਕੋ। ਤੇ ਸੁਣ ਕੇ ਜਿਹੜੇ ਇਹ ਵਪਾਰ ਕਰਦੇ ਨੇ, ਇੱਕ ਹੁੰਡੀ ਇੱਕ ਫਰਦ ਜਿਹੜੀ ਹੈ ਨਾ ਉਹਦਾ ਕੰਮ ਨਹੀਂ ਸੀ ਕੋਈ ਕਰਦਾ। ਭਾਵ ਇਹ ਕਹਿੰਦੇ ਸੀ ਮੁਗਲ ਤੈਨੂੰ ਇੰਨੀ ਰਕਮ ਵਾਸਤੇ ਇੰਨੇ ਕਾਗਜ਼ ਬਣਾ ਕੇ ਦੇਵਾਂਗੇ, ਪਰ ਮੁਗਲ ਚਾਹੁੰਦਾ ਸੀ ਵੀ ਇੱਕ ਹੀ ਹੁੰਡੀ ਜਿਹੜੀ ਹੈ ਨਾ ਇੱਕ ਹੀ ਕਾਗਜ਼ ਉੱਤੇ ਲਿਖ ਕੇ ਮੈਨੂੰ ਦਿੱਤਾ ਜਾਵੇ। ਦਰਬ ਅਦਕ ਤੇ ਤਰਾਸਤ ਸੋ। ਬਹੁਤ ਧਨ ਹੋਣ ਕਰਕੇ, ਸਾਧ ਸੰਗਤ ਮੋਹਰਾਂ ਹੋਣ ਕਰਕੇ, ਤੇ ਜਿਹੜਾ ਮੁਗਲ ਹੈ ਉਹ ਧਨ ਕਰਕੇ ਬਹੁਤ ਡਰ ਵਿੱਚ ਸੀ। ਤਬ ਗੰਗੋ ਕੀ ਕੋਠੀ ਆਇਓ। ਜਦੋਂ ਹੋਰ ਕਿਸੇ ਪਾਸੇ ਤੋਂ ਆਸ ਨਾ ਬੱਜੀ ਵੀ ਇੱਕ ਕਾਗਜ਼ ਤੇ ਮੈਨੂੰ ਹੋਰ ਕਿਸੇ ਲਿਖ ਕੇ ਨਹੀਂ ਦੇਣਾ, ਤਬ ਭਾਈ ਗੰਗੋ ਦੀ ਕੋਠੀ ਵਿੱਚ ਘਰ ਵਿੱਚ ਆਇਆ ਮੁਗਲ। ਇੱਕ ਹੁੰਡੀ ਮੈਂ ਚਾਹਤ ਕਰਾਇਓ। ਕਹਿਣ ਲੱਗਾ ਭਾਈ ਜੀ ਮੈਂ ਇੱਕ ਹੁੰਡੀ ਚਾਹਣਾ ਹੈ ਵੀ ਕੋਈ ਕਰਕੇ ਮੈਨੂੰ ਦੇਵੇ, ਇੱਕ ਫਰਦ ਮੈਨੂੰ ਤਿਆਰ ਕਰਕੇ ਦੇਵੇ, ਇੱਕ ਕਾਗਜ਼ ਤੇ ਲਿਖ ਕੇ ਦੇਵੇ। ਇਹ ਮੈਂ ਗੱਲ ਤੁਹਾਡੇ ਤੋਂ ਵੀ ਚਾਹੁੰਦਾ ਹਾਂ। ਸਤਿਗੁਰ ਕੇ ਬਜ ਸਿਮਰਨ ਕਰੇ। ਇੱਧਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਯਾਦ ਵਿੱਚ ਲਿਆ ਕੇ ਤੇ ਭਾਈ ਗੰਗੋ ਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਯਾਦ ਕਰਨ ਲੱਗ ਪਏ ਕਿ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਦਿੱਲੀ ਵਿੱਚ ਜਾਓ ਤੇ ਉੱਥੇ ਤੁਹਾਡਾ ਕਾਰੋਬਾਰ ਵਧੇਗਾ, ਤਰੱਕੀ ਹੋਵੇਗੀ। ਇਹ ਤੇ ਥੋੜੇ ਸਮੇਂ ਵਿੱਚ ਹੀ ਕਿਰਪਾ ਵਰਤ ਗਈ ਹੈ। ਤੇ ਜਦੋਂ ਮੁਗਲ ਭਾਈ ਗੰਗੋ ਦੀ ਕੋਠੀ ਵਿੱਚ ਆਇਆ ਜੀ, ਇਸ ਤੇ ਧਨ ਅੰਮ੍ਰਿਤਤਾ ਧਰੇ। ਤੇ ਜਦੋਂ ਸਤਿਗੁਰੂ ਜੀ ਦੇ ਪਾਵਨ ਕਹੇ ਹੋਏ ਬਚਨਾਂ ਨੂੰ ਯਾਦ ਕੀਤਾ, ਧੰਨ ਗੁਰੂ ਅਮਰਦਾਸ, ਧੰਨ ਸ੍ਰੀ ਗੁਰੂ ਅਮਰਦਾਸ ਕਹਿ ਕੇ ਯਾਦ ਕੀਤਾ, ਤੇ ਇਹਦੇ ਨਾਲ ਹੀ ਉਹਦੇ ਧਨ ਦਾ ਵਾਧਾ ਹੋਣਾ ਸ਼ੁਰੂ ਹੋ ਗਿਆ। ਭਾਵ ਕੰਮ ਸ਼ੁਰੂ ਹੋ ਗਿਆ। ਜਿਵੇਂ ਅੱਜ ਮੁਗਲ ਆਇਆ ਹੈ, ਕੰਮ ਸ਼ੁਰੂ ਹੋਇਆ ਤੇ ਉਹਦੇ ਧਨ ਵਿੱਚ ਗੁਰਮੁਖੋ ਵਾਧਾ ਹੋਣਾ ਸ਼ੁਰੂ ਹੋ ਗਿਆ। ਕਦੋਂ? ਜਦੋਂ ਸਤਿਗੁਰੂ ਦੀ ਸਿੱਖਿਆ ਨੂੰ ਭਾਈ ਗੰਗੋ ਜੀ ਕਮਾਉਣ ਲੱਗ ਪਏ। ਮੈਂ ਕਰ ਹਉ ਹੁੰਡੀ ਕਹਿ ਦਇਓ। ਤੇ ਭਾਈ ਗੰਗੋ ਜੀ ਕਹਿਣ ਲੱਗੇ, ਐ ਮੁਗਲ, ਇਹ ਕੰਮ ਹੋਰ ਕੋਈ ਨਹੀਂ ਕਰਦਾ ਤੇ ਮੈਂ ਤੈਨੂੰ ਕਰਕੇ ਦੇਵਾਂਗਾ। ਮੈਂ ਕਰਹੂੰ ਹੁੰਡੀ ਕਹਿ ਦਿਓ, ਮੈਂ ਹੁੰਡੀ ਕਰਕੇ ਤੈਨੂੰ ਦੇਵਾਂਗਾ ਇੱਕ ਕਾਗਜ਼ ਉੱਪਰ। ਦਰਬ ਮੁਗਲ ਤੇ ਸਗਰੋ ਲਿਓ। ਤੇ ਦਰਬ ਕਹਿੰਦੇ ਨੇ ਧਨ ਨੂੰ। ਉਹ ਮੁਗਲ ਤੋਂ ਸਾਰਾ ਧਨ ਜਿਹੜਾ ਸੀ
ਉਹ ਭਾਈ ਗੰਗੋ ਜੀ ਨੇ ਪ੍ਰਾਪਤ ਕਰ ਲਿਆ। ਲਿਖੀ ਦਰਸ਼ਨੀ ਤੇ ਕਰ ਦੀਨੀ। ਜਿਹੜੀ ਦਰਸ਼ਨੀ ਹੁੰਦੀ ਹੈ ਨਾ ਜੀ, ਉਹ ਲਿਖ ਕੇ ਤੇ ਉਹਦੇ ਹੱਥਾਂ ਵਿੱਚ, ਮੁਗਲ ਦੇ ਹੱਥਾਂ ਵਿੱਚ ਭਾਈ ਗੰਗੋ ਜੀ ਨੇ ਪਕੜਾ ਦਿੱਤੀ। ਲੈ ਕਰ ਲਵਪੁਰ ਤਿਆਰੀ ਕੀਨੀ। ਤੇ ਉਸ ਮੁਗਲ ਨੇ ਹੱਥਾਂ ਵਿੱਚ ਦਰਸ਼ਨੀ ਹੁੰਡੀ ਲੈ ਕੇ ਤੇ ਦਿੱਲੀ ਤੋਂ ਲਾਹੌਰ ਨੂੰ ਤਿਆਰੀ ਕਰ ਲਈ। ਤਪ ਗੰਗੋ ਦੀਨਾਰ ਜੋ ਸਾਰੀ। ਤੇ ਜਿੰਨੀਆਂ ਵੀ ਮੋਹਰਾਂ ਸਨ, ਲੱਖ ਮੋਹਰ ਸੀ, ਭਾਵ ਜਿੰਨੀਆਂ ਵੀ ਮੋਹਰਾਂ ਸਨ, ਪਹੁੰਚਾਈ ਤਿਸ ਨਗਰ ਅਗਾਰੀ। ਉਹ ਉਸ ਮੁਗਲ ਦੇ ਪਹੁੰਚਣ ਤੋਂ ਪਹਿਲਾਂ ਹੀ, ਅੱਗੇ ਹੀ ਭਾਈ ਜੀ ਨੇ ਉਹ ਲਾਹੌਰ ਵਿੱਚ ਜਿਹੜੀਆਂ ਮੋਹਰਾਂ ਸਨ ਪਹੁੰਚਾ ਦਿੱਤੀਆਂ। ਮੁਗਲ ਪ੍ਰਵੇਸ਼ਿਓ ਲਵਪੁਰ ਜਾਏ। ਤੇ ਜਦੋਂ ਦਿੱਲੀ ਤੋਂ ਚੱਲਿਆ ਮੁਗਲ ਲਾਹੌਰ ਸ਼ਹਿਰ ਵਿੱਚ ਉਹਨੇ ਪ੍ਰਵੇਸ਼ ਕੀਤਾ। ਗਇਓ ਬਨਕ ਟਿਕ ਹਾਟ ਪੁਛਾਏ। ਤੇ ਜਿਹੜਾ ਬਣਕ ਕਹੀਏ ਸਾਧ ਸੰਗਤ ਬਾਣੀਏ ਨੂੰ, ਜਿਸ ਬਾਣੀਏ ਦਾ ਜ਼ਿਕਰ ਭਾਈ ਗੰਗੋ ਸ਼ਾਹ ਨੇ ਕੀਤਾ ਸੀ ਨਾ, ਉਹਦਾ ਐਡਰੈਸ ਪੁੱਛ ਕੇ, ਉਹਦੀ ਹੱਟੀ ਪੁੱਛ ਕੇ ਤੇ ਮੁਗਲ ਉੱਥੇ ਪਹੁੰਚ ਗਿਆ। ਹੋਰ ਦਰਸ਼ਨੀ ਹੁੰਡੀ ਲੇਹੋ। ਜਾ ਕੇ ਦੁਕਾਨਦਾਰ ਬਾਣੀਏ ਨੂੰ ਕਹਿਣ ਲੱਗਾ, ਭਾਈ ਮੇਰੇ ਤੋਂ ਦਰਸ਼ਨੀ ਹੁੰਡੀ ਲੈ ਲਓ। ਦਰਸ਼ਨੀ ਹੁੰਡੀ ਮੈਨੂੰ ਦੇ ਕੇ ਭਾਈ ਗੰਗੋ ਜੀ ਨੇ ਭੇਜਿਆ, ਦਿੱਲੀ ਤੋਂ ਮੈਂ ਆਇਆ ਹਾਂ। ਲੱਖ ਮੋਹਰ ਅਬ ਗਿਨ ਕਰ ਦੇਹੋ। ਤੇ ਇਸ ਹੁੰਡੀ ਦੇ ਕਰਕੇ ਮੈਨੂੰ ਲੱਖ ਮੋਹਰ ਗਿਣ ਕੇ ਤੇ ਬਾਣੀਏ ਜੀ ਮੈਨੂੰ ਦੇ ਦਿਓ ਜੀ। ਪਹੁੰਚੀ ਮੋਹਰ ਸੁਦਈ ਨਿਕਾਸ। ਜਿਹੜੀ ਦਿੱਲੀ ਤੋਂ ਮੋਹਰ ਪਹੁੰਚੀ ਸੀ ਭਾਈ ਗੰਗੋ ਸ਼ਾਹ ਜੀ ਨੇ ਮੁਗਲ ਦੇ ਪਹੁੰਚਣ ਤੋਂ ਪਹਿਲਾਂ ਪਹੁੰਚਾਈ ਸੀ, ਤੇ ਬਾਣੀਏ ਨੇ ਉਹ ਆਪਣੀ ਦੁਕਾਨ ਵਿੱਚੋਂ ਮੋਹਰ ਕੱਢ ਕੇ ਤੇ ਮੁਗਲ ਨੂੰ ਦੇ ਦਿੱਤੀ। ਗਇਓ ਮੁਗਲ ਲੈ ਹਿਰਦੇ ਹੁਲਾਸ। ਜਦੋਂ ਮੁਗਲ ਨੂੰ ਉਹ ਮੋਹਰ ਮਿਲੀ ਤੇ ਮੁਗਲ ਜਿਹੜਾ ਸੀ ਉਹ ਹਿਰਦੇ ਕਰਕੇ, ਮਨ ਕਰਕੇ ਬੜਾ ਖੁਸ਼ ਹੋਇਆ ਵੀ ਰਸਤੇ ਦੇ ਖਤਰੇ ਵੀ ਮੈਨੂੰ ਨਹੀਂ ਬਣੇ। ਜੇ ਮੇਰੇ ਪਾਸ ਧਨ ਹੁੰਦਾ ਤੇ ਧਨ ਕੋਈ ਬਟੋਰ ਵੀ ਸਕਦਾ ਸੀ। ਇੱਕ ਕਾਗਜ਼ ਤੇ ਮੈਨੂੰ ਲਿਖ ਕੇ ਦਿੱਤਾ, ਉਨੀਆਂ ਮੋਹਰਾਂ ਮੈਨੂੰ ਲਾਹੌਰ ਵਿੱਚ ਪਹੁੰਚਣ ਤੇ ਪ੍ਰਾਪਤ ਹੋ ਗਈਆਂ। ਤੇ ਇਹ ਵੇਖ ਕੇ ਮੁਗਲ ਬਹੁਤ ਪ੍ਰਸੰਨ ਹੋਇਆ ਜੀ। ਇਸ ਪਿੱਛੇ ਗੰਗੋ ਕੋ ਕਾਮ। ਤਿਸ ਪਿੱਛੇ ਗੰਗੋ ਕੋ ਕਾਮ। ਫਿਰ ਜਦੋਂ ਇਹ ਕਾਰਜ ਭਾਈ ਗੰਗੋ ਜੀ ਨੇ ਕੀਤਾ ਤੇ ਉਹਨਾਂ ਦਾ ਕੰਮ ਬਹੁਤ ਵੱਧ ਗਿਆ, ਭਾਵ ਕੰਮ ਪਹਿਲਾਂ ਦੀ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਹੋ ਗਿਆ। ਭਇਓ ਬ੍ਰਿਧ ਤੈਸੋ ਧਨ ਧਾਮ। ਬਿਰਧ ਕਹੀਏ ਬਹੁਤਾ, ਬਹੁਤ ਧਨ ਜਿਹੜਾ ਸੀ ਪਹਿਲਾਂ ਦੀ ਤਰ੍ਹਾਂ ਉਹ ਭਾਈ ਗੰਗੋ ਜੀ ਨੂੰ ਪ੍ਰਾਪਤ ਹੋਣ ਲੱਗ ਪਿਆ। ਵਦੀ ਪ੍ਰਤੀਤ ਚੱਲਿਓ ਵਿਵਹਾਰ। ਤੇ ਭਾਈ ਗੰਗੋ ਜੀ ਦੀ ਬਹੁਤ ਪ੍ਰਤੀਤ ਵੱਧ ਗਈ ਤੇ ਉਹਨਾਂ ਦਾ ਵਿਹਾਰ ਜਿਹੜਾ ਉਹ ਵੀ ਬੜਾ ਸੋਹਣਾ ਚੱਲ ਪਿਆ, ਲੋਕਾਂ ਵਿੱਚ ਜਸ ਹੋਣ ਲੱਗ ਪਿਆ। ਕਿਉਂਕਿ ਗੁਰੂ ਦੀ ਪਿੱਛੇ ਬਰਕਤ ਹੈ, ਗੁਰੂ ਦੇ ਸਿਮਰਨ ਦੀ ਬਰਕਤ ਹੈ। ਜਦੋਂ ਵੀ ਆਪਾਂ ਸਿਮਰਨ ਕਰਦਿਆਂ ਕਰਦਿਆਂ ਕੋਈ ਕਿਰਤ ਕਰਾਂਗੇ ਤੇ ਕਿਰਤ ਸ਼ੁੱਧ ਹੋਵੇਗੀ, ਕਿਰਤ ਵਿੱਚ ਮਿਲਾਵਟ ਨਹੀਂ। ਤੋ ਗੁਰਸਿੱਖ ਕਿਤੇ ਵੀ ਬੈਠਾ ਕਿਰਤ ਕਰੇ ਤੇ ਸ਼ੁੱਧ ਕਿਰਤ ਦਾ ਲੋਕੀ ਜਸ ਕਰਨ ਲੱਗ ਪੈਂਦੇ ਨੇ ਵੀ ਇਹਨਾਂ ਦਾ ਵਿਵਹਾਰ ਬੜਾ ਸਾਫ਼ ਹੈ। ਤੋ ਕਵੀ ਜੀ ਕਹਿੰਦੇ ਨੇ ਲੋਕਾਂ ਵਿੱਚ ਭਾਈ ਜੀ ਦੀ ਪ੍ਰਤੀਤ ਵੀ ਵਧੀ ਤੇ ਉਹਨਾਂ ਦਾ ਜਿਹੜਾ ਵਪਾਰ ਦਾ ਕਾਰਜ ਸੀ ਉਹ ਵੀ ਬਹੁਤ ਸੋਹਣਾ ਚੱਲ ਪਿਆ। ਜਾਣਿਓ ਬਹੁਤੇ ਨਗਰ ਬਾਜ਼ਾਰ। ਤੇ ਬਹੁਤ ਸਾਰੇ ਨਗਰਾਂ ਵਿੱਚ ਭਾਈ ਗੰਗੋ ਸ਼ਾਹ ਜੀ ਨੂੰ ਲੋਕ ਜਾਣਨ ਲੱਗ ਪਏ ਵੀ ਵਿਹਾਰ ਦੇ ਬੜੇ ਸਾਫ਼ ਨੇ, ਇਹ ਗੁਰੂ ਦੇ ਸਿੱਖ ਨੇ ਤੇ ਭਰੋਸਾ ਕਰਨ ਵਾਲੇ ਨੇ, ਇਹ ਕਦੀ ਝੂਠ ਨਹੀਂ ਬੋਲਦੇ, ਇਹ ਵਾਦ ਘਾਟ ਨਹੀਂ ਕਰਦੇ, ਇਹ ਗੁਰੂ ਜੀ ਦਾ ਸਿੱਖ ਹੈ। ਤੇ ਇਸ ਸ਼ੁਭ ਗੁਣਾ ਕਰਕੇ
ਭਾਈ ਜੀ ਦੀ ਬਹੁਤ ਸਾਰੇ ਥਾਵਾਂ ਤੇ ਸ਼ੋਭਾ ਜਸ ਹੋਣ ਲੱਗ ਪਿਆ। ਕਿਤਕ ਬਰਸ ਬੀਤੇ ਤਿਸ ਥਾਇਓ। ਜਦੋਂ ਕੁਝ ਕੋ ਸਮਾਂ ਸਾਲ ਬਤੀਤ ਹੋਏ ਨਾ ਜੀ, ਦਿੱਲੀ ਵਿੱਚ ਰਹਿੰਦਿਆਂ ਨੂੰ ਭਾਈ ਗੰਗੋ ਸ਼ਾਹ ਜੀ ਨੂੰ ਕੁਝ ਕੋ ਸਮਾਂ ਜਦੋਂ ਬਤੀਤ ਹੋਇਆ, ਤਬ ਸ਼੍ਰੀ ਅਮਰ ਨਿਕਟ ਦਿਜ ਆਇਓ। ਇੱਧਰ ਗੋਇੰਦਵਾਲ ਸਾਹਿਬ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਾਸ ਦਿੱਜ ਕਹੀਏ ਪੰਡਤ ਨੂੰ, ਬ੍ਰਾਹਮਣ ਨੂੰ, ਇੱਕ ਬ੍ਰਾਹਮਣ ਗੁਰੂ ਅਮਰਦਾਸ ਜੀ ਦੇ ਪਾਸ ਆਸ ਲੈ ਕੇ ਆਇਆ ਜੀ। ਕੰਨਿਆ ਏਕ ਨਕੇਤ ਕੁਮਾਰੀ। ਤੇ ਆਣ ਕੇ ਕਹਿਣ ਲੱਗਾ, ਧੰਨ ਸ਼੍ਰੀ ਗੁਰੂ ਅਮਰਦਾਸ ਜੀ, ਮੇਰੇ ਸਤਿਗੁਰੂ ਜੀਓ, ਮੇਰੇ ਘਰ ਵਿੱਚ ਇੱਕ ਮੇਰੀ ਸਪੁੱਤਰੀ ਹੈ, ਮੇਰੀ ਕੰਨਿਆ, ਮੇਰੀ ਧੀ ਹੈ, ਤੇ ਉਹਦੇ ਵਾਸਤੇ ਘਰ ਦਾ ਪ੍ਰਬੰਧ ਕਰਨਾ ਹੈ, ਤੇ ਅਜੇ ਬੱਚੀ ਕੁਆਰੀ ਹੈ ਮੇਰੀ ਧੀ, ਮੈਂ ਉਸ ਦਾ ਅੱਗੇ ਵਿਆਹ ਦਾ ਪ੍ਰਬੰਧ ਕਰਨਾ ਹੈ। ਸ਼੍ਰੀ ਗੁਰ ਆਇਓ ਸ਼ਰਨ ਤੁਮਾਰੀ। ਤੇ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡਾ ਆਸਰਾ ਤੱਕ ਕੇ ਆਇਆ। ਜਦੋਂ ਵੀ ਆਪਾਂ ਗੁਰੂ ਜੀ ਦਾ ਆਸਰਾ ਤੱਕ ਕੇ ਆਉਣੇ ਆ ਤੇ ਗੁਰੂ ਜੀ ਸਾਡੀ ਬਾਹ ਪਕੜ ਕੇ ਸਾਨੂੰ ਸਹਾਰਾ ਦਿੰਦੇ ਨੇ। ਪਾਤਸ਼ਾਹ ਦੇ ਘਰ ਵਿੱਚ ਜਦੋਂ ਵੀ ਕੋਈ ਚੱਲ ਕੇ ਆਵੇ ਆਸਰਾ ਤੱਕ ਕੇ, ਸਤਿਗੁਰੂ ਉਸ ਨੂੰ ਆਸਰਾ ਬਖਸ਼ਦੇ ਨੇ। ਤੇ ਪੰਡਤ ਜੀ ਕੀ ਕਹਿਣ ਲੱਗੇ ਜੀ, ਸ਼੍ਰੀ ਗੁਰੂ ਸਾਹਿਬ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਤਕ ਦਰਬ ਤੁਮ ਤੇ ਜਬ ਪਾਵੋ। ਤੇ ਪਾਤਸ਼ਾਹ ਇਹ ਕਿਰਪਾ ਕਰੋ ਕਿ ਕੁਝ ਕੋ ਧਨ ਮੈਂ ਤੁਹਾਡੇ ਤੋਂ ਪ੍ਰਾਪਤ ਕਰਨਾ ਹੈ। ਮੈਂ ਇਸ ਕਰਕੇ ਆਇਆ ਆਸਰਾ ਤੱਕ ਕੇ, ਕਿਉਂਕਿ ਧੀ ਦਾ ਸਾਰਥ ਹੈ, ਧੀ ਦਾ ਵਿਆਹ ਰੱਖਿਆ ਹੈ, ਤੇ ਕੁਝ ਕੋ ਧਨ ਜਿਹੜਾ ਹੈ ਉਹ ਮੈਂ ਤੁਹਾਡੇ ਤੋਂ ਪ੍ਰਾਪਤ ਕਰਾਂ, ਤਾਂ ਕਿ ਧੀ ਦੇ ਵਿਆਹ ਦੇ ਕਾਰਜ ਉੱਤੇ ਲੱਗੇ ਜੀ। ਕੰਨਿਆ ਪਾਨ ਗ੍ਰਹਿਣ ਕਰਵਾਵੋ। ਤਾਂ ਕਿ ਮੈਂ ਧੀ ਨੂੰ ਉਸ ਦਾ ਵਿਆਹ ਕਰਵਾ ਸਕਾਂ, ਧੀ ਦਾ ਵਿਆਹ ਕਰ ਸਕਾਂ। ਮੈਂ ਤੁਹਾਡੇ ਤੋਂ ਕੁਝ ਕੋ ਧਨ ਦੀ ਆਸ ਕਰਕੇ ਆਇਆ ਹਾਂ। ਰਿਣ ਰਿਪ ਬਲ ਤੇ ਦੁੱਖ ਨਹਿ ਐਸੇ। ਤੇ ਕਵੀ ਜੀ ਨੇ ਇੱਕ ਉਦਾਹਰਨ ਦਿੱਤੀ, ਜੋ ਪੰਡਤ ਜੀ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕਰਦੇ ਨੇ। ਪਾਤਸ਼ਾਹ, ਰਿਣ ਹੁੰਦਾ ਕਰਜ਼ਾ ਤੇ ਰਿਪ ਹੁੰਦਾ ਦੁਸ਼ਮਣ। ਜਿਹੜਾ ਕਰਜ਼ਾ ਤੇ ਦੁਸ਼ਮਣ ਦਾ ਬਲ ਹੈ ਨਾ, ਉਹ ਵੀ ਇੰਨਾ ਦੁਖਦਾਈ ਨਹੀਂ ਹੁੰਦਾ, ਉਹ ਵੀ ਦੁੱਖ ਇੰਨਾ ਨਹੀਂ ਦਿੰਦਾ। ਪੇਤ ਕੁਮਾਰ ਕੋ ਪਾਵਤ ਜੈਸੇ। ਜਿਸ ਕਰਕੇ ਕਿਸੇ ਪਿਤਾ ਦੀ ਲੜਕੀ ਨੂੰ ਅਜੇ ਵਿਆਹ ਦੇ ਕਾਰਜ ਕਰਨੇ ਹੋਣ ਤੇ ਉਹ ਜਿੰਨੀ ਚਿੰਤਾ ਮਨ ਨੂੰ ਲੱਗੀ ਹੁੰਦੀ ਹੈ ਨਾ, ਉਹਨਾਂ ਤੇ ਸਤਿਗੁਰੂ ਰਿਣ ਕਰਜ਼ਾ ਤੇ ਜਿਹੜਾ ਬਲਵਾਨ ਦੁਸ਼ਮਣ ਹੈ ਉਹਨੂੰ ਵੇਖ ਕੇ ਇੰਨਾ ਮਨ ਨਹੀਂ ਦੁਖਦਾ, ਜਿੰਨਾ ਧੀ ਨੂੰ ਬੂਹੇ ਤੋਂ ਉਠਾਉਣ ਵਾਸਤੇ ਇੱਕ ਪਿਤਾ ਨੂੰ ਚਿੰਤਾ ਹੁੰਦੀ ਹੈ। ਸ਼੍ਰੀ ਗੁਰ ਕਿਰਪਾ ਧਾਰ ਸੁਖ ਰਾਸ। ਤੇ ਸ਼੍ਰੀ ਗੁਰੂ ਅਮਰਦਾਸ ਜੀ ਕਿਰਪਾ ਦੇ ਘਰ ਵਿੱਚ ਆਏ, ਜੋ ਸੁੱਖਾਂ ਦੀ ਖਾਣ ਨੇ, ਸੁੱਖਾਂ ਦੀ ਪੂੰਜੀ ਬਖਸ਼ਣ ਵਾਲੇ ਤੀਸਰੇ ਗੁਰਦੇਵ ਸਤਿਗੁਰੂ ਜਦੋਂ ਕਿਰਪਾ ਦੇ ਘਰ ਵਿੱਚ ਆਏ ਨੇ। ਲਿਖੇ ਰਜਤ ਪਣ ਦੇਹੋ 50। ਤੇ ਮਾਲਕ ਜੀ ਨੇ ਇੱਕ ਹੁਕਮ ਲਿਖਿਆ ਕਿ ਭਾਈ ਗੰਗੋ ਜੀ, ਅਸੀਂ ਤੁਹਾਡੇ ਪਾਸ ਇੱਕ ਪੰਡਤ ਜੀ ਨੂੰ ਭੇਜ ਰਹੇ ਹਾਂ, ਤੇ ਸਾਡੇ ਲਿਖੇ ਹੋਏ 50 ਰਜਤ ਪਣ ਜਾਂ 50 ਰੁਪਏ, ਜਿਵੇਂ ਅੱਜ ਆਪਾਂ ਬੋਲਦੇ ਹਾਂ, ਉਸ ਸਮੇਂ ਵਿੱਚ ਰਜਤ ਪਣ ਅੱਜ ਰੁਪਈਏ ਨਾਮ ਹੈ। ਇਹ ਮੇਰੇ ਮਾਲਕ ਕਹਿਣ ਲੱਗੇ ਵੀ ਲਿਖ ਕੇ ਤੁਸੀਂ ਭਾਈ ਗੰਗੋ ਜੀ ਕੋਲ ਜਾਓ ਤੇ ਉਹਨਾਂ ਨੂੰ ਜਾ ਕੇ ਸਾਡਾ ਲਿਖਿਆ ਪੱਤਰ ਦੇਣਾ। ਉਹ ਤੁਹਾਨੂੰ ਆਇਆਂ ਨੂੰ ਜਾਣ ਕੇ ਤੇ 50 ਰਜਤ ਪਣ ਦੇਣਗੇ। ਗੰਗੋ ਪਰ ਹੁੰਡੀ ਕਰ ਦੀਨ। ਮਾਨੋ ਸ਼੍ਰੀ ਗੁਰੂ ਅਮਰਦਾਸ ਜੀ ਨੇ ਭਾਈ ਗੰਗੋ ਜੀ ਦੇ ਨਾਮ ਉੱਤੇ ਹੁੰਡੀ ਕਰ ਦਿੱਤੀ। ਲੈ ਕਰ ਵਿਪਰ ਗਮਨ ਕੋ ਕੀਨ। ਉਹ ਕਾਗਜ਼ ਜਿਹੜਾ ਸੀ ਲਿਖਿਆ ਹੋਇਆ ਪੱਤਰ ਪੰਡਤ ਜੀ ਲੈ ਕੇ, ਵਿਪਰ ਕਹੀਏ ਬ੍ਰਾਹਮਣ ਪੰਡਤ ਜੀ
ਤੇ ਗਮਨ ਕਹੀਏ ਚੱਲਣ ਨੂੰ, ਚੱਲ ਕਰਕੇ ਲੈ ਕੇ ਤੇ ਚੱਲ ਪਏ ਦਿੱਲੀ ਵਾਲੇ ਰਸਤੇ ਤੇ। ਪਹੁੰਚਿਓ ਪੁਰ ਕਾਗਜ ਜਬ ਦਇਓ। ਤੇ ਜਦੋਂ ਪੰਡਤ ਜੀ ਗੋਇੰਦਵਾਲ ਸਾਹਿਬ ਤੋਂ ਦਿੱਲੀ ਪਹੁੰਚੇ ਤੇ ਉਹਨਾਂ ਨੇ ਜਾ ਕੇ ਪੁੱਛ ਕਰਕੇ ਭਾਈ ਗੰਗੋ ਸ਼ਾਹ ਨੂੰ ਪਹੁੰਚ ਕੇ ਤੇ ਗੁਰੂ ਅਮਰਦਾਸ ਜੀ ਵਾਲੇ ਲਿਖੇ ਹੋਏ ਸ਼ਬਦ ਵੀ 50 ਰਜਤਪਣ ਦਾ ਜੋ ਹੁਕਮ ਹੈ, ਜਦੋਂ ਭਾਈ ਗੰਗੋ ਸ਼ਾਹ ਨੂੰ ਉਹ ਪੱਤਰ ਦਿੱਤਾ ਜੀ, ਗੰਗੋ ਪਿਕ ਬਿਸਮੈ ਹੋਏ ਗਇਓ। ਤੇ ਭਾਈ ਗੰਗੋ ਜੀ ਵੇਖ ਕਰਕੇ ਹੈਰਾਨ ਹੋ ਗਏ। ਸਾਧ ਸੰਗਤ ਹੈਰਾਨੀ ਵਿੱਚ ਚਲੇ ਗਏ। ਤੂਸ਼ਨ ਭਇਓ ਨਦਨ ਕੋ ਦੀਨ। ਤੂਸ਼ਨ ਕਹੀਏ ਚੁੱਪ ਹੋ ਗਏ ਤੇ ਨਾ ਉਹਨਾਂ ਨੇ ਧਨ ਦਿੱਤਾ, ਨਾ ਧਨ ਦਿੱਤਾ ਤੇ ਨਾ ਧਨ ਦੇਣ ਬਾਰੇ ਕਿਹਾ। ਉਹ ਚੁੱਪ ਹੀ ਕਰ ਗਏ ਭਾਈ ਗੰਗੋ ਜੀ। ਹਟਿਓ ਬਿਪਰ ਔਰ ਸੰਕਟ ਪੀਨ। ਤੇ ਪੰਡਤ ਜੀ ਨੇ ਵੇਖਿਆ ਵੀ ਆਇਆਂ ਨਾਲ ਤੇ ਬੋਲੇ ਹੀ ਨਹੀਂ, ਨਾ ਕੋਈ ਪੁੱਛਿਆ ਵੀ ਇਹ ਜਦੋਂ ਪੱਤਰ ਵੇਖਿਆ ਤੇ ਕੋਈ ਬਚਨ ਵੀ ਨਹੀਂ ਕੀਤਾ, ਇਹ ਤੇ ਚੁੱਪ ਹੀ ਹੋ ਗਏ, ਨਾ ਧਨ ਦਿੱਤਾ। ਤੇ ਫਿਰ ਪੰਡਤ ਜੀ ਸੰਕਟ ਵਿੱਚ ਘਿਰੇ ਹੋਏ ਫਿਰ ਪਿੱਛੇ ਹਟ ਗਏ, ਭਾਵ ਦਿੱਲੀ ਤੋਂ ਚੱਲ ਪਏ ਨੇ। ਸ੍ਰੀ ਗੁਰ ਅਮਰਦਾਸ ਕੇ ਪਾਸ। ਤੇ ਪੰਡਤ ਜੀ ਫੇਰ ਦਿੱਲੀ ਤੋਂ ਚੱਲੇ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਗੋਇੰਦਵਾਲ ਸਾਹਿਬ ਪਹੁੰਚ ਗਏ। ਆਇਓ ਸ਼ੂਸ਼ਾ ਭਇਓ ਨਿਰਾਸ। ਸ਼ੂਛਾ ਕਹੀਏ ਖਾਲੀ, ਵੀ ਪੰਡਤ ਜੀ ਕੋਈ ਧਨ ਲੈਣ ਵਾਸਤੇ ਗਏ ਸਨ। ਜਦੋਂ ਖਾਲੀ ਆਏ ਤੇ ਨਿਰਾਸ ਮਨ ਨਾਲ ਸਨ, ਨਿਰਾਸੇ ਸਨ, ਉਹਨਾਂ ਦੀ ਆਸ ਨਹੀਂ ਪੂਰੀ ਹੋਈ ਤੇ ਨਿਰਾਸ਼ ਹੋ ਕੇ ਖਾਲੀ ਵਾਪਸ ਮੁੜੇ ਨੇ। ਗੋਇੰਦਵਾਲ ਸਾਹਿਬ ਪਹੁੰਚ ਗਏ। ਅੰਤਰਜਾਮੀ ਸਭ ਕੁਛ ਜਾਨਾ। ਇੱਧਰ ਅੰਤਰਜਾਮੀ ਗੋਇੰਦਵਾਲ ਸਾਹਿਬ ਵਿੱਚ ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਜੀ, ਜੋ ਅੰਤਰਜਾਮੀ ਸਤਿਗੁਰੂ ਨੇ, ਉਹਨਾਂ ਨੇ ਸਭ ਕੁਝ ਜਾਣ ਲਿਆ। ਗੰਗੋ ਪਾਏ ਦਰਬ ਅਭਿਮਾਨਾ। ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਬਚਨ ਕਹੇ, ਭਾਈ ਤੈਨੂੰ ਧੀ ਦੇ ਵਿਆਹ ਵਾਸਤੇ ਭਾਈ ਗੰਗੋ ਨੇ ਪੈਸੇ ਨਹੀਂ ਦਿੱਤੇ। ਸਾਨੂੰ ਇੰਜ ਲੱਗਦਾ ਵੀ ਗੰਗੋ ਧਨ ਪਾ ਕੇ ਤੇ ਅਭਿਮਾਨੀ ਹੋ ਗਿਆ ਹੈ, ਕਿਉਂਕਿ ਧਨ ਨਾਲ ਵੀ ਅਭਿਮਾਨ ਬਹੁਤ ਛੇਤੀ ਆ ਜਾਂਦਾ। ਜਿਨ੍ਹਾਂ ਤੇ ਕਿਰਪਾ ਵਰਤਦੀ ਹੈ ਉਹ ਧਨ ਕਰਕੇ ਸਗੋਂ ਮਾਨਵਤਾ ਦੀ ਸੇਵਾ ਕਰਦੇ ਨੇ। ਪਰ ਪਤਾ ਨਹੀਂ ਭਾਈ ਗੰਗੋ ਜੀ ਇਹ ਤੇ ਧਨ ਪ੍ਰਾਪਤ ਕਰਕੇ ਤੇ ਅਭਿਮਾਨ ਵਿੱਚ ਚਲੇ ਗਏ ਨੇ। ਕਰਿਓ ਵਿਚਾਰਨ ਦਰਬ ਸੁਭਾਏ। ਫਿਰ ਗਰੀਬ ਨਵਾਜ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਵੀ ਚਲੋ ਨਹੀਂ ਪੈਸੇ ਦਿੱਤੇ ਤੇ ਕੋਈ ਗੱਲ ਨਹੀਂ, ਮਾਇਆ ਦਾ ਸੁਭਾਅ ਹੀ ਐਸਾ ਹੈ, ਜਿਸ ਪਾਸ ਵੀ ਮਾਇਆ ਜਾਂਦੀ ਹੈ ਨਾ, ਉਹਨਾਂ ਦਾ ਸੁਭਾਅ ਹੀ ਫਿਰ ਵੱਖਰਾ ਬਣ ਜਾਂਦਾ ਹੈ। ਜਿਸ ਢਿੱਗ ਆਵੇ ਸੁਧ ਦਿਸ ਜਾਏ। ਢਿੱਗ ਦਾ ਮਤਲਬ ਹੁੰਦਾ ਪਾਸ। ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪੰਡਿਤ ਜੀ, ਜਿਹਦੇ ਪਾਸ ਵੀ ਮਾਇਆ ਆਉਂਦੀ ਹੈ ਨਾ, ਉਹਦੀ ਮੱਤ ਵੀ ਚਲੇ ਜਾਂਦੀ ਹੈ। ਕਈ ਵਾਰ ਮਨ ਵਿੱਚ ਅਹੰਕਾਰ ਭਰ ਜਾਂਦਾ ਹੈ ਤੇ ਜਿਹੜੀ ਸ੍ਰੇਸ਼ਟ ਮੱਤ ਹੁੰਦੀ ਹੈ ਉਸ ਤੋਂ ਬੰਦਾ ਦੂਰ ਚਲੇ ਜਾਂਦਾ ਹੈ, ਮੱਤ ਵਿਗੜ ਜਾਂਦੀ ਹੈ। ਇਹ ਮਾਇਆ ਦਾ ਇਸ ਤਰ੍ਹਾਂ ਦਾ ਸੁਭਾਅ ਹੀ ਹੈ, ਜਿਹਦੇ ਪਾਸ ਆਵੇ ਉਹਦੀ ਸ਼ੁੱਧ ਚਲੇ ਜਾਂਦੀ, ਸੁੱਧ ਉਹਦੀ। ਗੁਰ ਪਰਮੇਸ਼ਰ ਪੀਸਰ ਜਾਹੈ। ਤੇ ਜ਼ਿਆਦਾ ਧਨ ਪ੍ਰਾਪਤ ਕਰਕੇ ਤੇ ਮਨੁੱਖ ਗੁਰੂ ਤੇ ਪਰਮੇਸ਼ਰ ਨੂੰ ਵੀ ਭੁੱਲ ਜਾਂਦਾ ਹੈ। ਨਾ ਗੁਰੂ ਗੁਰੂ ਕਰਦਾ ਹੈ, ਨਾ ਵਾਹਿਗੁਰੂ ਕਦੀ ਚੇਤੇ ਕਰਦਾ ਹੈ। ਧਨ ਪ੍ਰਾਪਤ ਕਰਕੇ ਤੇ ਮਨੁੱਖ ਗੁਰੂ ਪਰਮੇਸ਼ਰ ਨੂੰ ਵੀ ਭੁੱਲ ਜਾਂਦਾ ਹੈ। ਲਾਲਚ ਲੱਗੇ ਕਸ਼ਟ ਕੋ ਪਹਿ। ਤੇ ਜਿਹੜੇ ਲਾਲਚ ਵਿੱਚ ਲੱਗਦੇ ਆ ਨਾ, ਉਹਨਾਂ ਉੱਤੇ ਬਹੁਤ ਕਸ਼ਟ ਵੀ ਆਉਂਦੇ ਨੇ। ਜਿਹੜੇ ਲਾਲਚ ਵਿੱਚ ਲੱਗਦੇ ਹਨ, ਕਰਹਿ ਬਾਵਰਾ ਸੁਰਤ ਵਿਸਾਰੈ। ਉਹ ਮਨੁੱਖ ਬਾਵਰਾ ਹੋ ਜਾਂਦਾ ਹੈ, ਉਹਦੀ ਸੁਰਤ ਵੀ ਭੁੱਲ ਜਾਂਦੀ, ਉਹਨੂੰ ਸਭ ਕੁਝ ਬਹੁਤ ਕੁਝ ਭੁੱਲ ਜਾਂਦਾ ਹੈ। ਉਹ ਕਿਸੇ ਵੱਲ ਵੇਖਦਾ ਨਹੀਂ, ਧਿਆਨ ਨਹੀਂ ਰੱਖਦਾ। ਤੇ ਜਿਹੜਾ ਬੰਦਾ ਲਾਲਚ ਵਿੱਚ ਲੱਗਦਾ ਹੈ, ਜੋਗ ਅਜੋਗ ਨ ਬਹੁਰ ਵਿਚਾਰੈ। ਕੀ ਗੱਲ ਠੀਕ ਤੇ ਕੀ ਠੀਕ ਨਹੀਂ,
ਇਹ ਮਨੁੱਖ ਫਿਰ ਵਿਚਾਰਦਾ ਨਹੀਂ, ਜਿਹੜਾ ਧਨ ਪ੍ਰਾਪਤ ਕਰਕੇ ਤੇ ਰੱਬ ਤੋਂ ਟੁੱਟ ਜਾਂਦਾ ਹੈ। ਇਮਲਕ ਦਿਜ ਕੋ ਦਰਬ ਦਿਵਾਇਓ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਉਸ ਬ੍ਰਾਹਮਣ ਵੱਲ ਵੇਖ ਕੇ ਤੇ ਆਪਣੇ ਗੁਰਸਿੱਖਾਂ ਨੂੰ ਕਿਹਾ, ਭਾਈ ਪੰਡਤ ਜੀ ਨੇ ਧੀ ਦੇ ਵਿਆਹ ਦਾ ਕਾਰਜ ਕਰਨਾ ਤੇ ਇਹਨਾਂ ਨੂੰ ਧਨ ਦਿੱਤਾ ਜਾਵੇ ਖਜ਼ਾਨੇ ਵਿੱਚੋਂ। ਕੰਨਿਆ ਵਿਆਹ ਕਰਿਓ ਹਰ ਖਾਇਓ। ਇਹ ਪ੍ਰਸੰਨ ਚਿੱਤ ਹੋ ਕੇ ਤੇ ਆਪਣੀ ਧੀ ਦੇ ਵਿਆਹ ਦਾ ਕਾਰਜ ਇਹ ਕਰ ਲੈਣ। ਤਿਸ ਦਿਨ ਤੇ ਗੰਗੋ ਕੋ ਦਰਬ। ਵੇਖੋ, ਜਦੋਂ ਗੁਰੂ ਮਹਾਰਾਜ ਦੀ ਕਿਰਪਾ ਤੋਂ ਆਪਾਂ ਪਾਸੇ ਹਟ ਜਾਂਦੇ ਆ, ਉਸ ਵਕਤ ਨਾ ਧਨ ਰਹਿੰਦਾ ਤੇ ਨਾ ਮਾਣ ਸਨਮਾਨ ਰਹਿੰਦਾ। ਕਵੀ ਜੀ ਨੇ ਦੱਸਿਆ ਕਿ ਉਸ ਦਿਨ ਤੋਂ, ਜਿਸ ਦਿਨ ਤੋਂ ਗੁਰੂ ਅਮਰਦਾਸ ਜੀ ਦਾ ਬਚਨ ਹੋਇਆ ਨਾ ਵੀ ਗੰਗੋ ਦਰਬ ਨੂੰ ਪਾ ਕੇ, ਧਨ ਨੂੰ ਪਾ ਕੇ ਅਭਿਮਾਨੀ ਹੋ ਗਿਆ ਹੈ, ਇਹਦੀ ਮੱਤ ਵੀ ਚਲੀ ਗਈ ਹੈ, ਤੇ ਉਸ ਦਿਨ ਤੋਂ ਕਵੀ ਜੀ ਕਹਿੰਦੇ ਨੇ ਗੰਗੋ ਦਾ ਧਨ ਘਟਣਾ ਸ਼ੁਰੂ ਹੋ ਗਿਆ। ਜਾਤ ਜਾਤ ਬਿਨਸਿਓ ਪੁਨ ਸਰਬ। ਹੌਲੀ ਹੌਲੀ ਜਿਹੜਾ ਸੀ ਇਹ ਧਨ ਸਾਰੇ ਦਾ ਸਾਰਾ ਮਤਲਬ ਮੁੱਕ ਗਿਆ, ਭਾਵ ਖਤਮ ਹੋ ਗਿਆ ਜੀ। ਥੋਰਨ ਦਿਨ ਮੈਂ ਰੰਕ ਭਇਓ ਹੈ। ਤੇ ਥੋੜੇ ਦਿਨ ਹੀ ਲੰਘੇ ਸਤਿਗੁਰੂ ਦੇ ਬਚਨਾਂ ਨੂੰ ਤੇ ਬਹੁਤ ਗਰੀਬ ਹੋ ਗਿਆ ਗੰਗੋ ਜੀ। ਤਬ ਨਿਜ ਔਗਨ ਜਾਣ ਲਿਓ ਹੈ। ਇਹ ਗਰੀਬ ਹੋਣ ਕਰਕੇ ਤੇ ਭਾਈ ਗੰਗੋ ਨੇ ਆਪਣਾ ਜਿਹੜਾ ਔਗਣ ਹੈ ਨਾ ਇਹਨੂੰ ਸਮਝ ਲਿਆ। ਜਾਣ ਦਾ ਮਤਲਬ ਸਮਝ ਲਿਆ ਵੀ ਮੈਂ ਗੁਰੂ ਅਮਰਦਾਸ ਜੀ ਦਾ ਬਚਨ ਮੋੜਿਆ ਹੈ, ਉਹਨਾਂ ਦੀ ਕਿਰਪਾ ਨਾਲ ਕਿ ਮੈਂ ਇੱਥੋਂ ਤੱਕ ਪਹੁੰਚਿਆ ਸਾਂ। ਉਹਨਾਂ ਦੇ ਆਏ ਸਿੱਖ ਦੀ ਮੈਂ ਪਰਵਾਹ ਨਹੀਂ ਕੀਤੀ। ਇਹ ਗੱਲ ਭਾਈ ਜੀ ਨੇ ਜਾਣ ਲਈ ਵੀ ਸਾਰੇ ਧਨ ਦੇ ਜਾਣ ਦਾ ਕਾਰਨ ਗੁਰੂ ਅਮਰਦਾਸ ਜੀ ਤੋਂ ਮੈਂ ਬੇਮੁਖ ਹੋਣ ਕਰਕੇ ਹੈ। ਸਤਿਗੁਰ ਤੇ ਬੇਮੁਖ ਮੈਂ ਭਇਓ। ਕਹਿਣ ਲੱਗਾ ਮੈਂ ਸਤਿਗੁਰੂ ਤੋਂ ਬੇਮੁਖ ਹੋਇਆ। ਆਪਾਂ ਬਾਣੀ ਵਿੱਚੋਂ ਵੀ ਪੜਾਂਗੇ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਫਿਰ ਤਾਂ ਸਾਧ ਸੰਗਤ ਇਸ ਤਰ੍ਹਾਂ ਜਨਮਾਂ ਦੇ ਵਿਛੋੜੇ ਬਣ ਜਾਂਦੇ ਜਦੋਂ ਆਪਾਂ ਪਾਰ ਬ੍ਰਹਮ ਕਰਤਾ ਪੁਰਖ ਜੀ ਨੂੰ ਭੁੱਲ ਜਾਂਦੇ ਹਾਂ। ਭਾਵੇਂ ਕੁਝ ਵੀ ਪ੍ਰਾਪਤ ਕਰ ਲੈ ਬੰਦਾ, ਪਰ ਪਾਰ ਬ੍ਰਹਮ ਕਰਤਾ ਪੁਰਖ ਤੇ ਗੁਰੂ ਦੀ ਹੋਂਦ ਹਸਤੀ ਨੂੰ ਸਦਾ ਹੀ ਸਾਧ ਸੰਗਤ ਮੰਨਣਾ ਚਾਹੀਦਾ ਹੈ ਕਿ ਗੁਰੂ ਦੀ ਹਸਤੀ ਵੀ ਕਾਇਮ ਹੈ ਤੇ ਪਾਰ ਬ੍ਰਹਮ ਕਰਤਾ ਪੁਰਖ ਮੇਰੇ ਅੰਗ ਸੰਗ ਹੈ। ਜੋ ਬਚਨ ਕਮਾ ਕੇ ਮਨੁੱਖ ਨੂੰ ਪ੍ਰਾਪਤੀ ਹੋਈ ਹੋਵੇ, ਉਹ ਪ੍ਰਾਪਤੀ ਹੁੰਦਿਆਂ ਵੀ ਕਦੀ ਗੁਰੂ ਦੇ ਬਚਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਤੋ ਕਵੀ ਜੀ ਨੇ ਦੱਸਿਆ ਹੈ, ਫਿਰ ਭਾਈ ਜੀ ਨੇ ਸੋਚਿਆ ਵੀ ਮੈਂ ਸਤਿਗੁਰੂ ਤੋਂ ਬੇਮੁਖ ਹੋਇਆ ਤੇ ਤਾਂ ਕਰਕੇ ਮੇਰਾ ਸਾਰਾ ਧਨ ਜਿਹੜਾ ਜਾਂਦਾ ਰਿਹਾ। ਜਾਂ ਤੇ ਦਰਬ ਸਰਬ ਹਰ ਗਇਓ। ਇਸ ਕਰਕੇ ਸਾਰਾ ਧਨ ਜਿਹੜਾ ਮੇਰਾ ਜਾਂਦਾ ਰਿਹਾ, ਉਹਦੇ ਪਿੱਛੇ ਕਾਰਨ ਗੁਰੂ ਅਮਰਦਾਸ ਜੀ ਦੇ ਕਹੇ ਹੋਏ ਬਚਨ ਨੇ। ਤਿਨ ਬਿਨ ਕੌਣ ਸਹਾਇਕ ਮੇਰਾ। ਐ ਮੇਰੇ ਮਨਾ ਇੱਕ ਗੱਲ ਦੱਸ ਵੀ ਤੇਰਾ ਗੁਰੂ ਅਮਰਦਾਸ ਜੀ ਤੋਂ ਬਿਨਾ ਕੌਣ ਸਹਾਈ ਹੈ? ਮੇਰਾ ਸਤਿਗੁਰੂ ਤੇ ਮੇਰਾ ਸਹਾਈ ਹੈ। ਮੈਂ ਧਨ ਦੇ ਲਾਲਚ ਕਰਕੇ ਗੁਰੂ ਦੇ ਅੰਮ੍ਰਿਤ ਬਚਨਾਂ ਦੀ ਪਰਵਾਹ ਨਹੀਂ ਕੀਤੀ ਤੇ ਤੇਰਾ ਗੁਰੂ ਅਮਰਦਾਸ ਜੀ ਤੋਂ ਬਿਨਾ ਕੌਣ ਸਹਾਈ ਹੈ? ਉਚਿਤ ਮੋਹਿ ਬਨਬੋ ਅਬ ਚੇਰਾ। ਹੁਣ ਤੇ ਇਹ ਗੱਲ ਹੈ ਮੇਰੇ ਵਾਸਤੇ ਉਚਿਤ ਇਹ ਬਣਦੀ ਹੈ ਕਿ ਮੈਂ ਗੁਰੂ ਅਮਰਦਾਸ ਜੀ ਦਾ ਸੇਵਕ ਬਣ ਜਾਵਾਂ। ਚੇਰਾ ਦਾ ਮਤਲਬ ਹੁੰਦਾ ਸੇਵਕ, ਉਹਨਾਂ ਦਾ ਹੁਣ ਮੈਂ ਸੇਵਕ ਬਣ ਜਾਵਾਂ। ਅੱਗੇ ਤੋਂ ਬਚਨ ਕਰਾਂ, ਜਿਹੜਾ ਵੀ ਬਚਨ ਗੁਰੂ ਮਹਾਰਾਜ ਦਾ ਹੋਵੇਗਾ ਉਹਦੀ ਕਮਾਈ ਕਰਾਂ ਤੇ ਕਦੀ ਬਚਨ ਨੂੰ ਵਿਸਾਰਾਂ ਨਾ। ਹੁਣ ਤੇ ਮੇਰੇ ਵਾਸਤੇ ਉਚਿਤ ਗੱਲ ਇਹ ਹੈ ਕਿ ਗੁਰੂ ਅਮਰਦਾਸ ਮੈਨੂੰ ਆਪਣਾ ਸੇਵਕ ਬਣਾ ਲਓ। ਸਭ ਬਿਦ ਸੇਵਾ ਕਰੋ ਗੁਸਾਈ। ਤੇ ਸਭ ਤਰ੍ਹਾਂ ਕਰਕੇ ਗੁਸਾਈ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਵਿੱਚ ਜੁਟ ਜਾਵਾਂ। ਫੇਰੋਂ ਬਡਨੀ ਤਿਨ ਦਰ ਜਾਈ। ਮੈਂ ਇੱਕ ਕੰਮ ਕਰਾਂ ਵੀ ਗੁਰੂ ਅਮਰਦਾਸ ਜੀ ਦੇ ਪਾਸ ਗੋਇੰਦਵਾਲ ਸਾਹਿਬ ਜਾਵਾਂ, ਉੱਥੇ ਝਾੜੂ ਲੈ ਕੇ
ਤੇ ਉਹਨਾਂ ਦੇ ਦਰ ਤੇ ਝਾੜੂ ਦੀ ਸੇਵਾ ਵਿੱਚ ਜੁਟ ਜਾਵਾਂ। ਸਿਰ ਧਰ ਜਲ ਢੋਵੋ ਚਿਰਕਾਲ, ਤੇ ਲੰਬਾ ਸਮਾਂ ਚਿਰ ਕਾਲ ਸਿਰ ਉੱਤੇ ਜਲ ਧਰ ਕੇ ਤੇ ਮੈਂ ਜਲ ਦੀ ਸੇਵਾ ਕਰਾਂ। ਕਰੋ ਸੇਵ ਇਤਿਆਦ ਵਿਸਾਲ, ਤੇ ਵਿਸ਼ਾਲ ਰੂਪ ਵਿੱਚ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਸੇਵਾ ਨੂੰ ਕਮਾਵਾਂ। ਦਿੱਲੀ ਪੁਰ ਤੇ ਨਿਕਸਿਓ ਚੋਰੀ, ਇਹ ਬਚਨ ਸੋਚ ਕੇ ਭਾਈ ਗੰਗੋ ਜੀ ਜਦੋਂ ਘਰ ਵਿੱਚ ਗਰੀਬੀ ਆ ਗਈ ਵੀ ਮੈਂ ਗੁਰੂ ਜੀ ਦੇ ਬਚਨ ਭੁੱਲ ਬੈਠਾ ਹਾਂ, ਇਹ ਗੱਲ ਸੋਚ ਕੇ ਤੇ ਚੋਰੀ ਦਿੱਲੀ ਤੋਂ ਚੱਲ ਪਏ। ਤੂਰਨ ਪੰਥ ਆਏ ਗੁਰ ਓਰੀ, ਤੂਰਨ ਕਹੀਏ ਛੇਤੀ ਤੇ ਗੋਇੰਦਵਾਲ ਦੇ ਰਸਤੇ ਤੇ ਚੱਲ ਕੇ ਨਾ ਜੀ ਦਿੱਲੀ ਤੋਂ ਚੱਲੇ ਨੇ ਤੇ ਗੋਇੰਦਵਾਲ ਸਾਹਿਬ ਪਹੁੰਚਣਾ ਹੈ। ਤੇ ਗੁਰੂ ਦੀ ਓਰੀ ਦਾ ਮਤਲਬ ਗੁਰੂ ਦੀ ਓਰ, ਗੁਰੂ ਵਾਲੇ ਪਾਸੇ ਨੂੰ ਚੱਲ ਪਏ ਨੇ। ਇਹਾ ਬਾਪ ਕਾ ਹੋਵਤ ਤਿਆਰੀ, ਇੱਥੇ ਗੋਇੰਦਵਾਲ ਸਾਹਿਬ ਵਿੱਚ ਬੌਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ। ਮਿਲ ਸਭ ਹਿਨ ਮੈਂ ਲਾਗਿਓ ਕਾਰੀ, ਤੇ ਸਾਰਿਆਂ ਨਾਲ ਸੇਵਾ ਕਰਨ ਵਾਲਿਆਂ ਨਾਲ ਲੱਗ ਕੇ ਤੇ ਕਾਰ ਸੇਵਾ ਵਿੱਚ ਭਾਈ ਗੰਗੋ ਜੀ ਜੁਟ ਗਏ। ਅੰਤਰ ਜਾਮੀ ਸਭ ਕਿਛ ਜਾਣਾ, ਇੱਧਰ ਅੰਤਰਜਾਮੀ ਸ੍ਰੀ ਗੁਰੂ ਅਮਰਦਾਸ ਜੀ ਸਭ ਕੁਝ ਜਾਣਨਹਾਰ ਸਤਿਗੁਰੂ ਜੀ ਨੇ। ਏਕ ਹਕਾਰ ਨਹਿ ਕਛੂ ਬਖਾਨਾ, ਭਾਵੇਂ ਇਹ ਅਹੰਕਾਰ ਕਰਕੇ ਸਾਧ ਸੰਗਤ ਢਿੱਗ ਹਕਾਰ, ਢਿੱਗ ਦਾ ਮਤਲਬ ਹੁੰਦਾ ਪਾਸ, ਹਕਾਰ ਦਾ ਮਤਲਬ ਹੁੰਦਾ ਸੱਦਣਾ। ਤੇ ਫਿਰ ਸਤਿਗੁਰੂ ਜੀ ਅੰਤਰਜਾਮੀ ਗਰੀਬ ਨਵਾਜ਼ ਜੀ ਨੇ ਜਾਣ ਕੇ ਤੇ ਭਾਈ ਜੀ ਨੂੰ ਫਿਰ ਆਪਣੇ ਕੋਲ ਬੁਲਾਇਆ, ਪਰ ਕੋਈ ਬਚਨ ਨਹੀਂ ਕੀਤਾ। ਬਹੁਤ ਮੋਲ ਕੇ ਵਸਤਰਨ ਮਾਹੇ, ਵੇਖਿਆ ਵੀ ਭਾਈ ਗੰਗੋ ਜੀ ਦੇ ਤਨ ਤੇ ਬਹੁਤ ਮੁੱਲ ਦੇ ਕੀਮਤੀ ਵਸਤਰ ਨੇ। ਬਾਧੈ ਈਠ ਪੀਠ ਧਰ ਜਾਹੇ, ਇੱਟਾਂ ਨੂੰ ਬੰਨ ਕੇ ਨਾ ਬੌਲੀ ਸਾਹਿਬ ਵਾਸਤੇ ਤੇ ਆਪਣੀ ਪਿੱਠ ਤੇ ਧਰ ਲੈਂਦੇ ਨੇ ਤੇ ਜਿੱਥੇ ਕਾਰ ਸੇਵਾ ਉੱਥੇ ਪਹੁੰਚ ਜਾਂਦੇ ਨੇ। ਲੋਕ ਲਾਜ ਕੁਲ ਰੀਤ ਬਹਾਨਾ, ਜਿਹੜੀ ਲੋਕ ਲਾਜ ਤੇ ਕੁਲ ਦੀ ਰੀਤੀ ਹੈ ਭਾਵੇਂ ਬਹੁਤ ਵੱਡੀ ਹੈ, ਲੋਕ ਲਾਜ ਤੇ ਕੁਲ ਦੀ ਰੀਤੀ। ਖਾਨ ਪਾਨ ਆਦਿਕ ਤਜ ਗਿਆਨਾ, ਤੇ ਖਾਣ ਪਾਣ ਵੀ ਸਾਧ ਸੰਗਤ ਇਹ ਸਭ ਕੁਝ ਆਪਣੀ ਬੁੱਧ ਨਾਲ ਘੱਟ ਕਰ ਦਿੱਤਾ ਤੇ ਲੋਕ ਲਾਜ ਦੀ ਵੀ ਕੋਈ ਪਰਵਾਹ ਨਹੀਂ, ਗੁਰੂ ਕੀ ਸੇਵਾ ਵਿੱਚ ਜੁਟ ਗਏ। ਪਾਪੀ ਕਾਰ ਬਿਖੈ ਰਹਿ ਲਾਗਾ, ਤੇ ਭਾਈ ਗੰਗੋ ਜੀ ਗੁਰੂ ਕੀ ਬੌਲੀ ਸਾਹਿਬ ਦੀ ਕਾਰ ਸੇਵਾ ਵਿੱਚ ਲੱਗੇ ਰਹਿੰਦੇ ਨੇ। ਸਭ ਸੁਧ ਭੂਲ ਪ੍ਰੇਮ ਰਸ ਪਾਗਾ, ਤੇ ਸਾਰੀਆਂ ਖਬਰਾਂ ਭੁੱਲ ਕੇ ਤੇ ਗੁਰੂ ਦੇ ਪ੍ਰੇਮ ਰਸ ਵਿੱਚ ਜੁੜੇ ਨੇ। ਇਹ ਸੋ ਕਹੈ ਨ ਸੁਨ ਹੈ ਬਾਤ, ਜੇ ਕੋਈ ਬਚਨ ਕਰਦਾ ਵੀ ਹੈ ਨਾ ਭਾਈ ਗੰਗੋ ਜੀ ਕੋਲ, ਉਹਦਾ ਬਚਨ ਸੁਣਦੇ ਵੀ ਨਹੀਂ ਤੇ ਨਾ ਹੀ ਕੋਈ ਆਏ ਨਾਲ ਕੋਈ ਗੱਲ ਬਾਤ ਕਰਦੇ ਨੇ, ਕੇਵਲ ਸੇਵਾ ਵਿੱਚ ਹੀ ਧਿਆਨ ਜੁੜਿਆ ਹੈ। ਸੇਵਾ ਕੇ ਤਤਪਰ ਦਿਨ ਰਾਤ, ਰਾਤ ਦਿਨ ਸੇਵਾ ਦੀ ਕਾਲ ਵਿੱਚ ਜੁਟੇ ਹੋਏ ਨੇ। ਗੁਰ ਸੇਵਾ ਕੋ ਤਪ ਅਸ ਕੀਨਾ, ਤੋ ਐਸਾ ਗੁਰੂ ਸੇਵਾ ਦਾ ਜਿਹੜਾ ਤਪ ਹੈ ਨਾ ਉਹ ਭਾਈ ਗੰਗੋ ਜੀ ਨੇ ਕੀਤਾ। ਜਗ ਵਿਵਹਾਰ ਸ਼ੋਰ ਸਭ ਦੀਨਾ, ਤੇ ਜਿਹੜੇ ਜਗਤ ਦੇ ਵਿਹਾਰ ਸਨ ਸਭ ਤਿਆਗ ਦਿੱਤੇ ਨੇ। ਹੋਤ ਭਇਓ ਉਤਸ਼ਾਹ ਵਿਸਾਲਾ, ਤੇ ਭਾਈ ਗੰਗੋ ਜੀ ਸੇਵਾ ਨਿਭਾਉਂਦਿਆਂ ਬਹੁਤ ਵੱਡੇ ਉਤਸ਼ਾਹ ਦੇ ਨਾਲ ਤੇ ਵਿਸ਼ਾਲ ਉਤਸ਼ਾਹੀ ਬਣ ਗਏ ਨੇ। ਅੰਤਰ ਪ੍ਰਿਤ ਟਿਕ ਗਈ ਤਿਸ ਕਾਲਾ, ਉਸ ਵਕਤ ਅੰਤਰ ਬਿਰਤੀ ਜਿਹੜੀ ਭਾਵ ਆਤਮਦਰਸ਼ੀ ਬਣ ਗਏ, ਧਿਆਨ ਟਿਕ ਗਿਆ ਸਤਿਗੁਰੂ ਦੇ ਚਰਨਾਂ ਨਾਲ। ਪ੍ਰੇਮ ਪ੍ਰਵਾਹ ਬਹਿਓ ਔਰ ਮਾਹੀ, ਉਹਦੇ ਅੰਦਰ ਗੁਰੂ ਅਮਰਦਾਸ ਦੀ ਕਿਰਪਾ ਦੇ ਨਾਲ ਪ੍ਰੇਮ ਦਾ ਪ੍ਰਵਾਹ ਚੱਲ ਪਿਆ। ਚਿੰਤ ਕਸ਼ਟ ਤ੍ਰਿੜ ਠਹਿਰਿਓ ਨਾਹੀ, ਜਿਵੇਂ ਸਾਧ ਸੰਗਤ ਕਿਤੇ ਜਲ ਦਾ ਪ੍ਰਵਾਹ ਚੱਲਦਾ ਹੋਵੇ ਤੇ ਕੋਈ ਚੀਜ਼ ਅੜਦੀ ਨਹੀਂ ਨਾ, ਰੁਕਦੀ ਨਹੀਂ, ਇਸੇ ਤਰ੍ਹਾਂ ਜਿਹੜੀ ਮਨ ਵਿੱਚ ਚਿੰਤਾ ਤੇ ਕਸ਼ਟ ਦੇ ਤ੍ਰਿਣ ਘਾਹ ਦੇ ਤੀਲੇ ਸਨ, ਮਾਨੋ ਵੀ ਚਿੰਤਾ ਤੇ ਕਸ਼ਟ
ਇਹ ਜਿਹੜੇ ਤੀਲੇ ਸਨ ਇਹ ਵੀ ਫਿਰ ਠਹਿਰੇ ਨਹੀਂ, ਭਾਵ ਚਿੰਤਾ ਜਿਹੜੀ ਹੈ, ਕਸ਼ਟ ਜਿਹੜੇ ਨੇ ਇਹ ਸਭ ਛੱਡ ਜਾਂਦੇ ਨੇ ਜਦੋਂ ਮਨੁੱਖ ਗੁਰੂ ਦੀ ਸੇਵਾ ਦੇ ਪ੍ਰਵਾਹ ਵਿੱਚ ਚੱਲਦਾ ਹੈ। ਜਿਉ ਜਿਉ ਸੁਖ ਪ੍ਰਾਪਤ ਭਾਉਰ ਕੋ, ਜਿਉਂ ਜਿਉਂ ਵੀ ਹਿਰਦੇ ਨੂੰ ਸੁਖ ਪ੍ਰਾਪਤ ਸੁਖ ਦਾਤੇ ਦੀ ਸ਼ਰਨ ਕਰਕੇ ਹੋਣ ਲੱਗ ਪਿਆ ਜੀ, ਤਿਉ ਤਿਉ ਸੇਵ ਪ੍ਰੇਮ ਭਾ ਗੁਰ ਕੋ, ਤਿਉਂ ਤਿਉਂ ਸੇਵਾ ਜਿਹੜੀ ਹੈ ਪ੍ਰੇਮ ਨਾਲ ਗੁਰੂ ਕੀ ਸੇਵਾ ਭਾਈ ਗੰਗੋ ਜੀ ਕਰਦੇ ਨੇ। ਮਨ ਮੈਂ ਮੂਰਤ ਚੱਲ ਟਿਕਾਈ, ਅੰਤਰ ਬਿਰਤੀ ਜਿਹੜੀ ਹੈ ਨਾ, ਅੰਤਰ ਧਿਆਨ ਹੋ ਕੇ ਤੇ ਮਨ ਵਿੱਚ ਭਾਈ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਧਿਆਨ ਟਿਕਾਇਆ ਹੈ। ਕਬਹੁ ਵਹਿਰ ਪਿਖੈ ਗੁਰ ਤਾਈ, ਕਦੀ ਕਦੀ ਗੁਰੂ ਅਮਰਦਾਸ ਜੀ ਦੇ ਬਾਹਰ ਵੀ ਦਰਸ਼ਨ ਕਰ ਲੈਂਦੇ ਨੇ ਤੇ ਮਨ ਕਰਕੇ ਧਿਆਨ ਕਰਕੇ ਗੁਰੂ ਦੇ ਚਰਨਾਂ ਨਾਲ ਵੀ ਜੁੜੇ ਨੇ। ਨਿਸ ਦਿਨ ਧਿਆਨ ਟਿਕਾਇਓ ਕੈਸੇ, ਰਾਤ ਦਿਨ ਭਾਈ ਜੀ ਨੇ ਬੜਾ ਧਿਆਨ ਜਿਹੜਾ ਨਾ ਉਹ ਸਤਿਗੁਰੂ ਦੇ ਚਰਨਾਂ ਦਾ ਟਿਕਾਇਆ ਹੈ। ਜੋਗੀ ਕੀ ਸਮਾਧ ਹੋਏ ਜੈਸੇ, ਮਾਨੋ ਜਿਵੇਂ ਜੋਗੀ ਸਮਾਧੀ ਵਿੱਚ ਹੁੰਦਾ ਹੈ ਨਾ, ਇਸ ਤਰ੍ਹਾਂ ਇੱਕ ਰਸ ਜਿਹੜੀ ਸਮਾਧੀ ਹੈ, ਗੁਰੂ ਦਾ ਪਿਆਰ ਹੈ ਤੇ ਪਿਆਰ ਦੀ ਜਿਹੜੀ ਸਮਾਧੀ ਹੈ ਉਹ ਦਿਨੋਂ ਦਿਨ ਗੁਰੂ ਦੇ ਚਰਨਾਂ ਦਾ ਧਿਆਨ ਟਿਕਾ ਕੇ ਪਿਆਰ ਵਿੱਚ ਮਗਨ ਨੇ। ਅਤਸ਼ੈ ਖੈਚ ਪ੍ਰੇਮ ਜਬ ਕੀਨ, ਇਸ ਤਰ੍ਹਾਂ ਪ੍ਰੇਮ ਦੀ ਖਿੱਚ ਜਿਹੜੀ ਹੈ ਨਾ ਸਤਿਗੁਰੂ ਗੁਰੂ ਅਮਰਦਾਸ ਜੀ ਵੱਲ ਵਧਾਉਂਦੇ ਨੇ ਭਾਈ ਗੰਗੋ ਜੀ। ਰਹਿਓ ਗਇਓ ਨਹਿ ਗੁਰੂ ਪ੍ਰਬੀਨ, ਤੇ ਰਹਿਓ ਗਇਓ ਨਹਿ ਗੁਰੂ ਪ੍ਰਬੀਨ। ਸਾਧ ਸੰਗਤ, ਜਦੋਂ ਗੁਰੂ ਦੀ ਕਿਰਪਾ ਹੋਈ, ਸਿਆਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮੁਖ ਤੇ ਕਿਰਪਾ ਕੀਤੀ ਤੇ ਜਿਹੜਾ ਉਹ ਧਿਆਨ ਸੀ ਫਿਰ ਰਿਹਾ ਨਾ। ਸਭ ਜਿਹੜਾ ਧਿਆਨ ਸੀ ਨਾ, ਜਿਹੜਾ ਪਹਿਲਾ ਵਪਾਰੀ ਬਣ ਕੇ ਸੀ, ਉਹ ਧਿਆਨ ਖਤਮ ਹੋ ਕੇ ਗੁਰੂ ਦੇ ਚਰਨਾਂ ਦਾ ਹੀ ਧਿਆਨ ਜਿਹੜਾ ਹੈ ਉਹਦੇ ਵਿੱਚ ਮਗਨ ਨੇ। ਦਾਸਨ ਕੇ ਬਸ ਬਿਰਦ ਸੰਭਾਰਾ, ਕਵੀ ਜੀ ਕਹਿੰਦੇ ਰਹਿਓ ਗਇਓ ਨੇ ਗੁਰੂ ਪ੍ਰਬੀਨ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਰਿਹਾ ਨਾ ਗਿਆ। ਫਿਰ ਸਿੱਖ ਦਾ ਪ੍ਰੇਮ ਵੇਖ ਕੇ ਉਹਨਾਂ ਨੇ ਆਪਣੇ ਦਾਸ ਦੇ ਜਿਹੜੇ ਪ੍ਰੇਮ ਵਸ ਵਿੱਚ ਹੋ ਕੇ ਆਪਣੇ ਬਿਰਦ ਦੀ, ਆਪਣੇ ਸੁਭਾਅ ਦੀ ਸੰਭਾਲ ਕੀਤੀ ਗੁਰੂ ਅਮਰਦਾਸ ਜੀ ਨੇ। ਵਸੀ ਪ੍ਰੇਮ ਤੇ ਨਿਕਟ ਹਕਾਰਾ, ਜਦੋਂ ਭਾਈ ਗੰਗੋ ਜੀ ਦਾ ਪ੍ਰੇਮ ਵਸਿਆ ਤੇ ਗੁਰੂ ਅਮਰਦਾਸ ਜੀ ਨੇ ਫਿਰ ਸੱਦਾ ਦੇ ਕੇ ਆਪਣੇ ਕੋਲ ਬੁਲਾਇਆ ਜੀ। ਉਸ ਕਾਨੇ ਗੁਰਬਾਕ ਬਖਾਨਾ, ਤੇ ਗੁਰੂ ਅਮਰਦਾਸ ਜੀ ਨੇ ਪ੍ਰੇਮ ਸਹਿਤ ਬੜੀ ਪ੍ਰਸੰਨਤਾ ਦੇ ਨਾਲ ਆਪਣੀ ਪਵਿੱਤਰ ਰਸਨਾ ਤੋਂ ਬਚਨ ਕਹੇ। ਗੰਗੋ ਸ਼ਾਹ ਆਓ ਦੁਖ ਹਾਨਾ, ਤੇ ਗੁਰੂ ਅਮਰਦਾਸ ਸੇਵਾ ਤੇ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਆਓ ਭਾਈ ਗੰਗੋ ਜੀ, ਤੂੰ ਤੇ ਸਾਡਾ ਸ਼ਾਹ ਹੈ, ਤੇਰੇ ਕੋਲ ਤੇ ਲੋਕਾਂ ਦੇ ਕਾਰਜ ਹੋਣੇ ਆ। ਮੰਨ ਲਓ ਗੁਰੂ ਅਮਰਦਾਸ ਜੀ ਨੇ ਭਾਈ ਗੰਗੋ ਸ਼ਾਹ ਕਹਿ ਕੇ ਆਏ ਹੋਏ ਸਿੱਖ ਦਾ ਦੁੱਖ ਹੀ ਖਤਮ ਕਰ ਦਿੱਤਾ ਜੀ। ਪਦ ਪੰਕਜ ਪਰ ਸਿਰ ਨਿਜ ਧਰਿਓ, ਇੱਧਰ ਭਾਈ ਗੰਗੋ ਜੀ ਨੇ ਧੰਨ ਗੁਰੂ ਅਮਰਦਾਸ ਜੀ ਦੇ ਚਰਨ ਕਮਲਾਂ ਤੇ ਆਪਣਾ ਸੀਸ ਧਰ ਦਿੱਤਾ, ਨਮਸਕਾਰ ਕੀਤੀ। ਬਹੁਰ ਜੋਰ ਕਰ ਆਗੇ ਖਰਿਓ, ਤੇ ਫਿਰ ਹੱਥ ਜੋੜ ਕੇ ਭਾਈ ਜੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਖਲੋ ਗਏ ਨੇ। ਮਾਇਆ ਮਗਨ ਵਿਮੁਖਮ ਭਇਓ, ਕਹਿਣ ਲੱਗੇ ਸਤਿਗੁਰੂ ਮੈਂ ਮਾਇਆ ਦੇ ਵਿੱਚ ਮਗਨ ਹੋ ਕੇ ਤੇ ਆਪ ਜੀ ਤੋਂ ਬੇਮੁਖ ਹੋ ਗਿਆ ਸਾਂ। ਆਪਣੋ ਜਾਨ ਬਖਸ਼ ਕਰ ਲਿਓ, ਮੈਨੂੰ ਆਪਣਾ ਸੇਵਕ ਜਾਣ ਕੇ ਮੇਰੇ ਪਾਤਸ਼ਾਹ ਬਖਸ਼ਨਹਾਰ ਸਤਿਗੁਰੂ ਬਖਸ਼ ਲਓ। ਪਦ ਅਰਬਿੰਦ ਬਿਖੈ ਮੁਝ ਰਾਖੋ, ਗੁਰੂ ਅਮਰਦਾਸ ਸਾਹਿਬ ਜੀ ਇੱਕ ਕਿਰਪਾ ਵਰਤਾਓ, ਮੈਨੂੰ ਆਪਣੇ ਸੋਹਣੇ ਚਰਨ ਕਮਲਾਂ ਦੇ ਵਿੱਚ ਰੱਖ ਲਓ, ਮੁਝ ਰੱਖੋ, ਬਿਖੈ ਮੁਝ ਰੱਖੋ, ਮੈਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤ ਦਿੰਦਿਆਂ ਰੱਖ ਲਓ। ਸੇਵਕ ਆਓ ਬਚਨ ਮੁਖ ਭਾਖੋ, ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਆਓ ਸੇਵਕ ਜੀ, ਧੰਨ ਗੁਰੂ ਅਮਰਦਾਸ ਜੀਓ, ਇਸ ਤਰ੍ਹਾਂ ਮੈਨੂੰ ਕਹੋ ਵੀ ਸੇਵਕ ਆ,
ਆਪਣੇ ਮੁਖ ਤੋਂ ਸਤਿਗੁਰੂ ਬਚਨ ਮੈਨੂੰ ਕਹੋ ਜੀ। ਸੁਨ ਸਤਿਗੁਰ ਕਰਨਾ ਰਸ ਢਰੇ। ਇਹ ਬਚਨ ਸੁਣ ਕੇ ਤੇ ਸਤਿਗੁਰੂ ਫਿਰ ਕਿਰਪਾ ਦੇ ਰਸ ਦੇ ਘਰ ਵਿੱਚ ਆ ਗਏ ਨੇ। ਤਤ ਛਿਨ ਮੈਂ ਨਿਹਾਲ ਤਿਸ ਕਰੇ। ਤੇ ਤਤ ਛਿਨ ਉਸੇ ਵਕਤ ਭਾਈ ਗੰਗੋ ਸ਼ਾਹ ਨੂੰ ਨਿਹਾਲ ਕਰ ਦਿੱਤਾ। ਵਸਤਰ ਬਿਸਤ ਪਹਿਰਾਏ ਨਵੀਨ। ਇੱਧਰ ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਗੰਗੋ ਸ਼ਾਹ ਜੀ ਨੂੰ ਨਵੇਂ ਵਸਤਰ ਪਹਿਨਾਏ ਨੇ। ਮਸਤਕ ਪਰ ਨਿਜ ਕਰ ਧਰ ਦੀਨ। ਤੇ ਭਾਈ ਗੰਗੋ ਸ਼ਾਹ ਜੀ ਦੇ ਮਸਤਕ ਤੇ ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਕਿਰਪਾ ਦਾ ਹੱਥ ਰੱਖ ਦਿੱਤਾ। ਸਤਨਾਮ ਮੁਖ ਮੰਤਰ ਕਹਾਇਓ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਮ੍ਰਿਤ ਬਚਨ ਕਰਕੇ ਕਹਿਣ ਲੱਗੇ, ਭਾਈ ਗੰਗੋ ਸ਼ਾਹ ਜੀ, ਅੱਜ ਤੋਂ ਤੁਸੀਂ ਜਿਹੜਾ ਸਤਨਾਮ ਹੈ ਨਾ, ਉਹਨੂੰ ਆਪਣੇ ਮੁਖ ਤੋਂ ਇਹ ਜਿਹੜਾ ਮੰਤਰ ਦਿੱਤਾ ਗੁਰੂ ਨਾਨਕ ਸਾਹਿਬ ਨੇ, ਇਹਨੂੰ ਕਹਿਣਾ ਸਤਨਾਮ ਦਾ ਜਾਪ ਕਰਨਾ ਹੈ। ਗੰਗੋ ਸ਼ਾਹ ਕਹਿ ਨਾਮ ਬੁਲਾਇਓ। ਤੇ ਗੰਗੋ ਸ਼ਾਹ ਕਹਿ ਕੇ ਨਾਮ ਲੈ ਕੇ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਬੁਲਾਇਆ ਜੀ, ਭੁਗਤ ਮੁਕਤ ਨਿਤ ਸਿਧ ਤੋਹ ਦੀਨੀ। ਤੇ ਗੁਰੂ ਅਮਰਦਾਸ ਕਿਰਪਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਭਾਈ ਗੰਗੋ ਸ਼ਾਹ, ਅਸੀਂ ਭੁਗਤੀ ਦਾ ਮੁਕਤੀ ਦੀਆਂ ਜਿਹੜੀਆਂ ਨਿਧੀਆਂ ਸਿੱਧੀਆਂ ਨੇ ਨਾ, ਇਹ ਤੈਨੂੰ ਸਭ ਦਿੱਤੀਆਂ, ਕਿਉਂਕਿ ਤੁਸੀਂ ਸੇਵਾ ਲਗਨ ਨਾਲ ਕਮਾਈ ਹੈ। ਗ੍ਰਹਿ ਕੋ ਗਮਨੋ ਆਗਿਆ ਕੀਨੀ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਸਾਰੀਆਂ ਬਰਕਤਾਂ ਤੈਨੂੰ ਮਿਲ ਗਈਆਂ, ਹੁਣ ਤੁਹਾਨੂੰ ਆਗਿਆ ਇਹ ਹੈ ਕਿ ਤੁਸੀਂ ਆਪਣੇ ਘਰ ਚਲੇ ਜਾਓ। ਆਪਣੀ ਸੰਗਤ ਕੀ ਜਹ ਜਾਏ। ਤੇ ਭਾਈ ਗੰਗੋ ਸ਼ਾਹ ਜੀ ਜਿੱਥੇ ਵੀ ਰਹਿਣਾ ਨਾ, ਆਪਣੇ ਘਰ ਵਿੱਚ ਉੱਥੇ ਸੰਗਤ ਕਾਇਮ ਕਰਕੇ ਰੱਖਣੀ ਹੈ। ਦੀਵਾਨ ਸਜਾ ਕੇ ਗੁਰੂ ਜੀ ਦਾ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਤੇ ਆਪਣੀ ਸੰਗਤ ਪੈਦਾ ਕਰੋ। ਗੁਰ ਸਿੱਖੀ ਕੀ ਰੀਤ ਚਲਾਏ। ਤੇ ਜਿਹੜੀ ਗੁਰ ਸਿੱਖੀ ਦੀ ਰੀਤ ਮਰਿਆਦਾ ਹੈ, ਇਹਨੂੰ ਭਾਈ ਜੀ ਚਲਾ ਕੇ ਰੱਖਣਾ, ਭਾਵ ਜਿੱਥੇ ਵਿਚਰਨਾ ਹੈ ਉੱਥੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਅਜ਼ਮਤ ਜੋਤ ਕਰ ਕੈ ਸੋ ਪਠਾਇਓ। ਅਜ਼ਮਤ ਕਹੀਏ ਬਖਸ਼ਿਸ਼ਾਂ, ਗੁਰੂ ਦੀਆਂ ਰਹਿਮਤਾਂ, ਅਜ਼ਮਤ ਭਾਵ ਬਖਸ਼ਿਸ਼ ਕਰਕੇ ਗੁਰੂ ਅਮਰਦਾਸ ਜੀ ਦਾ ਬਚਨ ਪਾ ਕੇ ਤੇ ਜਦੋਂ ਚੱਲੇ ਨੇ, ਭਾਈ ਬਖਸ਼ ਪੁਨ ਸੀਸ ਨਿਵਾਇਓ। ਤੇ ਭਾਈ ਗੰਗੋ ਜੀ ਨੇ ਬਖਸ਼ਿਸ਼ ਪਾ ਕੇ ਤੇ ਫਿਰ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ। ਵਿਦਾ ਹੋਏ ਕਰ ਸਦਨ ਸਿਧਾਰਾ। ਤੇ ਗੁਰੂ ਅਮਰਦਾਸ ਜੀ ਤੋਂ ਆਗਿਆ ਲੈ ਕੇ ਤੇ ਵਿਦਿਆ ਹੋਏ ਤੇ ਆਪਣੇ ਘਰ ਨੂੰ ਚੱਲ ਪਏ। ਧਿਆਨ ਹਿਰਦੇ ਸਤਿਗੁਰ ਕੋ ਧਾਰਾ। ਤੇ ਜਿਨ੍ਹਾਂ ਦੀ ਭਾਈ ਲਗਨ ਹੁੰਦੀ ਹੈ ਨਾ ਗੁਰੂ ਨਾਲ, ਉਹ ਕਿਤੇ ਵੀ ਵਿਚਰਨ ਧਿਆਨ ਸਤਿਗੁਰੂ ਦੇ ਚਰਨਾਂ ਵਿੱਚ ਹੀ ਰੱਖਦੇ ਨੇ। ਇੱਧਰ ਭਾਈ ਗੰਗੋ ਜੀ ਘਰ ਵਿੱਚ ਆਏ ਨੇ ਤੇ ਧਿਆਨ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਰੱਖਦੇ ਨੇ। ਬਹੁ ਪ੍ਰਕਾਰ ਕੀ ਉਸਤਤ ਕਰ ਕੈ। ਤੇ ਅਕਾਲ ਪੁਰਖ ਤੇ ਗੁਰੂ ਸਾਹਿਬ ਦੀ ਬਹੁ ਪ੍ਰਕਾਰ ਦੀ ਉਸਤਤ ਕੀਰਤੀ ਕਰਦੇ ਨੇ ਭਾਈ ਗੰਗੋ ਸ਼ਾਹ ਜੀ। ਭਇਓ ਨਿਹਾਲ ਸੋ ਅਜ਼ਮਤ ਧਰ ਕੈ। ਤੇ ਗੁਰੂ ਕੀ ਉਸਤਤ ਕਰਨ ਕਰਕੇ ਭਾਈ ਗੰਗੋ ਸ਼ਾਹ ਜੀ ਨਿਹਾਲ ਹੋਏ ਤੇ ਗੁਰੂ ਦੀਆਂ ਰਹਿਮਤਾਂ ਦੇ ਧਾਰਨੀ ਬਣ ਗਏ। ਜਦੋਂ ਗੁਰੂ ਕੀ ਕਿਰਪਾ ਵਰਤੀ ਤੇ ਭਾਈ ਜੀ ਨਿਹਾਲ ਹੋ ਗਏ ਨੇ। ਜਾਏ ਸਦਨ ਮਹਿ ਸੰਗਤ ਕੀਨ। ਫਿਰ ਭਾਈ ਗੰਗੋ ਸ਼ਾਹ ਜੀ ਨੇ ਘਰ ਵਿੱਚ ਜਾ ਕੇ ਇਹ ਗੱਲ ਭੁਲਾਈ ਨਹੀਂ, ਚੇਤੇ ਵਿੱਚ ਰੱਖੀ ਹੈ ਕਿ ਗੁਰੂ ਨਾਲੋਂ ਟੁੱਟਣ ਕਰਕੇ ਕਿੰਨੀ ਤੰਗੀ ਆਉਂਦੀ ਹੈ। ਤੇ ਇਹ ਬਚਨ ਚੇਤੇ ਰੱਖ ਕੇ ਘਰ ਵਿੱਚ ਜਾ ਕੇ ਤੇ ਭਾਈ ਜੀ ਨੇ ਸੰਗਤ ਕਾਇਮ ਕੀਤੀ। ਸਤਿਗੁਰ ਨਾਮ ਜਪਾਵਨ ਦੀਨ। ਤੇ ਸੰਗਤ ਵਿੱਚ ਕਹਿਣ ਲੱਗੇ, ਜਿਹੜਾ ਸਤਿਗੁਰੂ ਨੇ ਨਾਮ ਦਿੱਤਾ ਹੈ ਨਾ, ਉਹਦਾ ਭਾਈ ਸਾਰੇ ਜਾਪ ਕਰੋ। ਆਪਾਂ ਇੱਥੇ ਸੰਗਤ ਵਿੱਚ ਬੈਠਣਾ ਹੈ ਤੇ ਧੰਨ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਦਾ ਦੁਆਰਾ ਜੋ ਦਿੱਤਾ ਹੋਇਆ ਨਾਮ ਹੈ,
ਉਹਦੀ ਆਪਾਂ ਕਮਾਈ ਕਰੀਏ। ਜਿਸ ਕੋ ਬਚਨ ਕਹੈ ਫੁਰ ਜਾਏ। ਕਹਿੰਦੇ ਨੇ ਕਿ ਭਾਈ ਜੀ ਵਿੱਚ ਕਿੰਨੀ ਵੱਡੀ ਬਰਕਤ ਆ ਗਈ। ਨਾਮ ਜਪਣ ਵਾਲੇ, ਕਮਾਈ ਵਾਲੇ, ਗੁਰੂ ਕੀ ਸੇਵਾ ਕਰਨ ਵਾਲੇ ਗੁਰਸਿੱਖਾਂ ਦੀ ਰਸਨਾ ਤੇ ਬਰਕਤ ਆ ਜਾਂਦੀ ਹੈ, ਕਿਉਂਕਿ ਉਹਨਾਂ ਦੀ ਰਸਨਾ ਤੇ ਫਿਰ ਵਾਹਿਗੁਰੂ ਜੀ ਵਸਦੇ ਨੇ। ਉਹ ਬਚਨ ਜੋ ਵੀ ਕਰਦੇ ਨੇ ਸਭ ਦੇ ਭਲੇ ਹਿੱਤ ਹੁੰਦਾ ਹੈ। ਤੋ ਕਵੀ ਜੀ ਨੇ ਦੱਸਿਆ, ਮਹਾਕਵੀ ਗਿਆਨੀ ਸੰਤੋਖ ਸਿੰਘ ਜੀ ਨੇ, ਜਿਨ੍ਹਾਂ ਨੂੰ ਭਾਈ ਜੀ ਬਚਨ ਕਰਦੇ ਆ ਨਾ, ਉਹ ਹੀ ਸਾਧ ਸੰਗਤ ਬਰਕਤਾਂ ਹੀ ਬਰਕਤਾਂ ਬਣਦੀਆਂ ਨੇ। ਹੋਵਤ ਭਏ ਸਿੱਖ ਸਮੁਦਾਏ। ਤੇ ਬਹੁਤ ਸਾਰੇ ਸਿੱਖ ਸਮੁਦਾਇ ਰੂਪ ਵਿੱਚ, ਭਾਵ ਸੰਗਠਿਤ ਰੂਪ ਵਿੱਚ ਬਹੁਤ ਸਾਰੀ ਸਿੱਖੀ ਨਾਲ ਕਰਕੇ ਤੇ ਗੁਰਸਿੱਖ ਬਣ ਗਏ। ਜਦੋਂ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਦੇ ਦੁਆਰਾ ਬਖਸ਼ਿਆ, ਸੰਗਤ ਵਿੱਚ ਨਾਮ ਜਪਿਆ ਜਾਂਦਾ ਹੈ ਤੇ ਨਾਮ ਜਪਣ ਕਰਕੇ ਬਹੁਤ ਗੁਰਸਿੱਖਾਂ ਦੀ ਸੰਗਤ ਵਿੱਚ ਵਾਧਾ ਹੋਇਆ। ਅਬ ਲਗ ਤਿਸ ਕੇ ਜਾਣੇ ਜਾਏ। ਤੇ ਕਵੀ ਜੀ ਨੇ ਦੱਸਿਆ ਕਿ ਹੁਣ ਤੱਕ ਉਸ ਇਲਾਕੇ ਅੰਦਰ ਭਾਈ ਜੀ, ਭਾਈ ਗੰਗੋ ਸ਼ਾਹ ਜੀ ਜਾਣੇ ਜਾਂਦੇ ਆ। ਅੱਜ ਤੱਕ ਵੀ ਜਾਣੇ ਜਾਂਦੇ ਤੇ ਸਦਾ ਜਾਣੇ, ਭਾਵ ਜਾਣਦੇ। ਉਹਨਾਂ ਨੂੰ ਲੋਕ ਜਾਣਦੇ ਰਹਿਣਗੇ, ਉਹ ਜਾਣਦੇ ਹੀ ਰਹਿਣਗੇ ਉਹਨਾਂ ਨੂੰ ਲੋਕ। ਜਿਹੜਾ ਭਗਤੀ ਨਾਲ ਜੁੜਦਾ ਹੈ ਨਾ, ਤੇ ਭਗਤੀ ਕਰਨ ਵਾਲਿਆਂ ਦਾ ਸਦਾ ਹੀ ਗੁਰੂ ਦੀ ਕਿਰਪਾ ਨਾਲ ਭਾਈ ਜਸ ਵਰਤਦਾ ਹੈ। ਕਵੀ ਸੰਤੋਖ ਸਿੰਘ ਪੂਰਨ ਧਿਆਏ। ਤੋ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜਾ ਪੂਰਨ ਅਧਿਆਏ ਹੈ, ਇਹਨੂੰ ਸਮਾਪਤ ਕੀਤਾ ਹੈ। ਇਹ ਮਹਾਕਵੀ ਭਾਈ ਸੰਤੋਖ ਸਿੰਘ ਦੀ ਰਚਨਾ ਹੈ, ਜਿਹਨੂੰ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਹਾਂ। ਇੱਕ ਨਾਨਕ ਪ੍ਰਕਾਸ਼ ਹੈ ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਨਾਮ ਤੇ ਹੈ। ਅੱਗੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਅੱਗੇ ਐਨ ਤੇ ਦਖਿਆਇਨ, ਇਹ ਦੋ ਪਾਠ ਨੇ। ਸਾਧ ਸੰਗਤ, ਇਹ ਬਹੁਤ ਵੱਡੀ ਸੇਵਾ ਕੀਤੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ। ਇਹ ਅਧਿਆਏ ਉਹਨਾਂ ਨੇ ਪੂਰਨ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਦੀ ਮੁਆਫੀ। ਸਤਿਗੁਰੂ ਪਾਤਸ਼ਾਹ, ਧੰਨ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੀ ਕਿਰਪਾ ਵਰਤਾਉਣ। ਅੰਮ੍ਰਿਤ ਧਾਰੀ ਹੋਈਏ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰ ਐਤਵਾਰ, ਹਰ ਬੁੱਧਵਾਰ ਤੇ ਬਾਕੀ ਤਖਤ ਸਾਹਿਬਾਨਾਂ ਤੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਨਗਰਾਂ ਵਿੱਚ ਵੀ ਗੁਰਮਤਿ ਪ੍ਰਚਾਰ ਰਾਹੀਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਕੇਸਾ ਧਾਰੀ ਹੋ ਕੇ, ਗੁਰੂ ਵਾਲੇ ਬਣ ਕੇ ਗੁਰੂ ਕੀ ਸਿੱਖੀ ਧਾਰਨ ਕਰੀਏ। ਸਭ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦੇ ਹੁਕਮ ਮੁਤਾਬਕ ਦਰਸ਼ਨ ਕਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਆ। ਬੇਅੰਤ ਭੁੱਲਾਂ ਦੀ ਖਿਮਾ। ਆਓ ਜੀ ਹੁਣ ਆਪਾਂ ਅਖੀਰਲੀਆਂ ਲਾਈਨਾਂ ਦਾ ਪਾਠ ਕਰਕੇ ਅੱਜ ਦੇ ਪ੍ਰਕਰਨ ਦੀ ਸਮਾਪਤੀ ਹੈ। ਆਪ ਲਗ ਜਿਸ ਕੇ ਜਾਣੇ ਜਾਏ, ਕਵੀ ਸੰਤੋਖ ਸਿੰਘ ਪੂਰਨ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।